कैप्टन साहब चाचा ते मजीठिया भतीजा बनते हैं, कदे नीतीश कुमार ते तेजस्वी यादव चाचा भतीजा बनते हैं। ये चाचे भतीजे जिहड़े ने बड़े मशहूर ने भारत की सियासत दे विच। सत्ता दे विच उन्हां दी गल नहीं बनी, पार्टी हाईकमान ने भी कोई गल जिहड़ी आ वो सिरे पत्तन ते नहीं लाई, तो फिर जाखड़ साहब ने पार्टी छड्ड के बीजेपी का पल्ला फड़ लिया। इस कहानी की कोई लोड़ नहीं। ये गल बिल्कुल ठीक है कि जेकर जाखड़ साहब उधर ने तो संदीप जाखड़ भी उधर जान, एक कोई जरूरी गल नहीं। ये गल नहीं समझ आती कि मुख्यमंत्री साहब कोलों वो फाइलां जिहड़ियां पईयां ने वो 2 बार या 3 बार उहदी जिहड़ी मंजूरी आ वो क्यों नहीं मिलती, क्योंकि वो इहदी जद विच पहुँचते हैं तो मंत्रियों तक गल पहुँचती है कि नहीं पहुँचती, क्योंकि मंत्री साहब ने सिफारिश या तुसीं कह लो कि पहुँच जिहड़ी आ वो हाई कोर्ट की कीती सी, उन्होंने उत्थों मिलिया कुछ नहीं, सिर्फ और सिर्फ एक तरीक मिली है। परेड का मुआयना कर रहे सी, सलामी लै रहे सी परेड तो, ते जिहड़ी जीप ते वो सलामी लै रहे सी उहदा बड़ा सोहना जिहा VIP नंबर सी, ते वो किसी ने उस नंबर की जदों घोख पड़ताल की तो बाद में पता लग्या कि वो तो पटियाले के किसी बजाज स्कूटर का नंबर है। सरकार काम जरूर कर रही है, पर वाहवाही खट्टण की यतन के ज़्यादा रहिंदे ने। रोज़ सड़क पर ट्रैवल करते हैं तो असीं देखते हैं कि जिहड़े टिप्पर ने हाले भी वो ओवरलोडड ही होंदे ने, चाहे वो रेता वाले होण ते चाहे वो बजरी वाले होण। तो रेता की अवेलेबिलिटी तो रेता के जोड़े रेट ने उन्होंने उत्ते हाले भी बहुती लगाम जी वो नहीं लगी। किसानी की गल होंदी है, फिर पंजाब हरियाणा सब तो मूहरे आउंदे ने। पंजाब सब तो मोहरे सी, क्योंकि कुछ फसलों पर जो MSP थोड़ी बहुत किते टिकी हुई आ तो सिर्फ और सिर्फ पंजाब च है। सत श्री अकाल, तुसीं देख रहे हो पंजाबी नैशनल TV ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੋਏ ਕੁਝ ਖਾਸ ਅਤੇ ਅਹਿਮ ਮੁੱਦਿਆਂ ਤੇ ਅੱਜ ਦੇ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੇ ਐਕਸਪਰਟ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ। ਸਤਿ ਸ਼੍ਰੀ ਅਕਾਲ ਸੁਵਲੀਨ ਜੀ, ਬਹੁਤ ਬਹੁਤ ਸ਼ੁਕਰੀਆ ਤੇ ਸਵਾਗਤ ਸਭ ਦਰਸ਼ਕਾਂ ਦਾ ਵੀ। ਸ਼ਰਮਾ ਜੀ ਕਹਿੰਦੇ ਹੁੰਦੇ ਆ ਸਿਆਣੇ ਵੀ ਜਿੱਥੇ ਕਲਾ ਕਲੰਦਰ ਵਸੇ ਉੱਥੇ ਘੜਿਓਂ ਪਾਣੀ ਨੱਸੇ। ਇਹਦੀ ਜਿਹੜੀ ਜਿਉਂਦੀ ਜਾਗਦੀ ਉਦਾਹਰਣ ਹੈ ਉਹ ਹੈਗੀ ਹੈ ਜੀ ਪੰਜਾਬ ਕਾਂਗਰਸ। ਇਹਨਾਂ ਨੇ बहुत कलेश किया, इन्ना कलेश किया, इन्नियां लत्तां खिंचियां एक दूजे दियां भी 77 सीटां तो 18 तक सिमट गए। 5 महीने हो गए हारियां नूं, अकल इन्हां नूं फेर नहीं आई। हुण फिर कांग्रेस के प्रधान राजा वड़िंग दा जिहड़ा पेचा पिया होया आ वो पिया होया संदीप जाखड़ दे नाल, ते बरिंदर ढिल्लों ने विच छड़प्पा मारिया इस कलेश दे विच, ते उस नूं इस कलेश वाली लस्सी नूं रिड़की जा रहे ने। की कहिए हुण इस कलेश बारे? ਤੁਸੀਂ ਬਹੁਤ ਸੋਹਣੀ ਗੱਲ ਦੱਸੀ ਕਿ ਜੇ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨੱਸੇ, ਪਰ ਉਹ ਇਹਦੇ 'ਚ ਇਹਨਾਂ ਦੇ ਜੇ ਪਿਛਲੇ 5 ਸਾਲਾਂ ਦੀ ਸੱਤਾ ਨੂੰ ਦੇਖੀਏ ਤੇ ਫਿਰ ਇਹਨਾਂ ਦੇ ਉਹ ਹਿੰਦੀ ਵਾਲਾ ਗਾਣਾ ਵੀ ਢੁੱਕ ਜਾਣਾ ਸੀ, ਇਹ ਨਾ ਹੋਤਾ ਤਾਂ ਕੋਈ ਦੂਸਰਾ ਗਮ ਹੋਣਾ ਥਾ। ਜਿਹੜੀ ਕਾਰਜਕਾਰੀ 5 ਸਾਲ ਦੀ ਰਹੀ ਆ ਉਸ ਹਿਸਾਬ ਨਾਲ ਇਹਨਾਂ ਨੇ ਇਸੇ ਸਤਰ 'ਤੇ ਆ ਕੇ ਡਿੱਗਣਾ ਸੀ, ਇਸੇ ਨਜ਼ਰੀਏ ਤੱਕ ਇਹਨਾਂ ਨੇ ਪਹੁੰਚਣਾ ਸੀ, ਕਿਉਂਕਿ ਲੋਕਾਂ ਦਾ ਵਿਸ਼ਵਾਸ ਸਰਕਾਰ ਜਦੋਂ ਜਿੱਤਦੀ ਹੈ ਤੇ ਉਦੋਂ ਸਰਕਾਰ ਬਣਦੀ ਹੈ, ਜਦੋਂ ਗਵਾਉਂਦੀ ਹੈ ਤੇ ਫਿਰ ਉਹ ਇਸੇ ਸਥਿਤੀ ਤੇ ਪਹੁੰਚ ਜਾਂਦੀ ਆ। ਤੁਸੀਂ ਗੱਲ ਜਿਹੜੀ ਕੀਤੀ ਆ ਕਾਂਗਰਸ ਦੇ ਮੌਜੂਦਾ ਕਲੇਸ਼ ਦੀ, ਬਿਲਕੁਲ ਠੀਕ ਆ। ਜੇ ਤੁਸੀਂ ਇਹਨੂੰ ਇਸ ਘੜੀ ਨੂੰ ਘੁਮਾ ਕੇ 1 ਸਾਲ ਪਿੱਛੇ ਵੀ ਲੈ ਜਾਓ ਤੇ ਪਿਛਲੇ ਸਾਲ ਅਗਸਤ ਦੇ ਵਿੱਚ ਚੰਨੀ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਜਿਹੜਾ ਕਲੇਸ਼ ਪਿਆ ਹੋਇਆ ਸੀ, ਤੇ ਉਹਦੇ ਵਿੱਚ ਜਿਹੜਾ ਇੱਕ ਬੰਦਾ ਖੂੰਡਾ ਫੜ ਕੇ ਵਿਚਕਾਰ ਖੜਾ ਸੀ ਉਹ ਅੱਜ ਕੱਲ੍ਹ ਜੇਲ੍ਹ 'ਚ ਬੈਠੇ ਨੇ। ਚਲੋ ਅਸੀਂ ਹੁਣ ਪਿੱਛੇ ਨੂੰ ਨਹੀਂ ਜਾਂਦੇ ਤੇ ਵਾਪਸ ਅੱਜ ਦੀ ਸਥਿਤੀ ਤੇ ਆ ਜਾਂਦੇ ਹਾਂ। ਕਾਂਗਰਸ 18 ਕਿ 17 ਸੀਟਾਂ ਤੁਸੀਂ ਦੱਸੀਆਂ ਉੱਥੇ ਬੈਠੀ ਆ। ਉਸ ਗਿਣਤੀ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਹੈ ਵਿਧਾਨ ਸਭਾ 'ਚ। ਪੁਰਾਣੇ ਜਿਹੜੇ ਲੀਡਰ ਨੇ, ਵੱਡੇ ਜਿਹੜੇ ਥੰਬ ਸੀ ਉਹ ਹਾਰ ਗਏ, ਕੁਝ ਵਿਦੇਸ਼ ਚਲੇ ਗਏ ਤੇ ਕੁਝ ਹਾਈ ਕੋਰਟ ਦੇ ਚੱਕਰਾਂ 'ਚ ਫਸੇ ਹੋਏ ਨੇ ਕਿ ਜ਼ਮਾਨਤ ਕਿੱਥੋਂ ਮਿਲੇਗੀ। ਉਹ ਵੀ ਕੁਝ ਗੱਲਾਂ ਤੁਸੀਂ ਅੱਗੇ ਲੈ ਕੇ ਆਉਣੀਆਂ। ਤੇ ਪ੍ਰਧਾਨਗੀ ਜਿਹੜੀ ਮਿਲੀ, ਟਰਾਂਸਪੋਰਟ ਮੰਤਰੀ ਬਣੇ, ਗਿੱਦੜਬਾਹੇ ਤੋਂ ਪਹਿਲਾਂ ਵੀ MLA ਬਣੇ ਸੀ। ਪੰਜਾਬ ਕਾਂਗਰਸ ਦੇ ਯੂਥ ਕਾਂਗਰਸ ਦੇ ਆਲ ਇੰਡੀਆ ਦੇ ਪ੍ਰਧਾਨ ਵੀ ਰਹੇ ਰਾਜਾ ਵੜਿੰਗ, ਤੇ ਰਾਹੁਲ ਗਾਂਧੀ ਦੇ ਕੋਟੇ 'ਚੋਂ ਆਉਂਦੇ ਦੱਸੇ ਜਾਂਦੇ ਨੇ। ਚੰਗੀ ਲੀਡਰਸ਼ਿਪ ਦੀ ਕੁਆਲਿਟੀ ਕਈ ਵਾਰ ਉਹਨਾਂ ਨੇ ਦਿਖਾਈ ਹੈ ਤੇ ਕਈ ਵਾਰ ਬਚਕਾਨਾ ਗੱਲਾਂ ਵੀ ਕੀਤੀਆਂ। ਚਲੋ ਉਹ ਲੀਡਰਾਂ ਦਾ ਸੁਭਾਅ ਹੈ ਤੇ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਕਰਦੇ ਨੇ। ਜਦੋਂ ਟਰਾਂਸਪੋਰਟ ਮੰਤਰੀ ਬਣੇ ਉਦੋਂ ਵੀ ਬੜੇ ਅੱਡੇ ਉੱਡੇ ਤੇ ਬੜੇ ਸਟੇਸ਼ਨ ਜਿਹੜੇ ਬੱਸਾਂ ਦੇ ਸੀਗੇ, ਬੱਸ ਅੱਡੇ ਚੈੱਕ ਕੀਤੇ ਤੇ ਕਾਫੀ ਕੁਝ ਹੋਇਆ। ਹੁਣ ਉਹ ਇੱਕ ਵਾਰ ਫਿਰ ਪਾਰਟੀ ਦੇ ਵਿੱਚ ਜਾਨ ਫੂਕਣ ਲਈ ਲੱਗੇ ਹੋਏ ਨੇ। ਕਦੇ ਉਹ ਭਗਵੰਤ ਮਾਨ ਸਾਹਿਬ ਦੇ ਘਰ ਜਾ ਕੇ ਵਿਰੋਧ ਪ੍ਰਦਰਸ਼ਨ ਕਰਦੇ ਨੇ। ਚੰਡੀਗੜ੍ਹ ਜਦੋਂ ਕਾਂਗਰਸ ਦੀ ਹਾਈ ਕਮਾਂਡ ਨੂੰ ED ਸੱਦਦੀ ਆ ਉਦੋਂ ਵੀ ਉੱਥੇ ਜਾਂਦੇ ਨੇ।
ਤੇ ਕਈ ਵਾਰ ਧਰਮਸੋਤ ਸਾਹਿਬ ਦੇ ਨਾਮ ਤੇ ਵੀ ਨਾਅਰੇ ਉਹਨਾਂ ਨੇ ਲਾਏ। ਉਹ ਜਦੋਂ ਪਤਾ ਲੱਗਿਆ ਕਿ ਗੱਲ ਕਿਤੇ ਪਾਸੇ ਨਹੀਂ ਲੱਗਦੀ ਤੇ ਫਿਰ ਆਪਣੇ ਵਿਚਾਰ ਵੀ ਬਦਲੇ ਤੇ ਬਿਆਨ ਵੀ ਬਦਲੇ। ਤਿਰੰਗਾ ਯਾਤਰਾ ਦੇ ਜਿਹੜੀ ਸੀ ਉਪਲਕਸ਼ ਦੇ ਵਿੱਚ ਉਹ ਪੂਰੇ ਪੰਜਾਬ ਦੇ ਵਿੱਚ ਘੁੰਮਦੇ ਪਏ ਨੇ ਤੇ ਪਹੁੰਚ ਗਿਆ ਮਸਲਾ ਅਬੋਹਰ। ਜਿਹੜੀਆਂ 17-18 ਸੀਟਾਂ ਤੁਸੀਂ ਜਿੱਤੀਆਂ ਦਸੀਆਂ, ਉਹਨਾਂ ਦੇ ਵਿੱਚੋਂ ਇੱਕ ਸੁਨੀਲ ਜਾਖੜ ਦੇ ਹਲਕੇ ਅਬੋਹਰ ਤੋਂ ਵੀ ਜਿੱਤੀ, ਜਿਹੜੇ ਕਿ ਸੰਦੀਪ ਜਾਖੜ ਉਹਨਾਂ ਦੇ ਭਤੀਜੇ ਨੇ ਜਿੱਤੀ ਸੀ। ਤੇ ਉੱਥੇ ਕਿਉਂਕਿ ਅਬੋਹਰ ਕੌਂਸਲ ਦੇ ਵਿੱਚ ਉਹਨਾਂ ਦੀ ਵੱਡੀ ਗਿਣਤੀ ਹੈ ਕਾਂਗਰਸ ਦੀ, ਪਰ ਉੱਥੇ ਬਹੁਤ ਥੋੜ੍ਹੇ ਕਾਉਂਸਲਰ ਜਿਹੜੇ ਇਹਨਾਂ ਦੀ ਤਿਰੰਗਾ ਯਾਤਰਾ ਦੇ ਵਿੱਚ ਸਾਹਮਣੇ ਆਏ ਨਾਲ, ਜਿਹੜੇ ਤੁਰੇ ਹੋ ਕੇ। ਉੱਥੇ ਫਿਰ ਇਹਨਾਂ ਨੇ ਜਿਹੜਾ ਆ ਉਹ ਕਮੈਂਟ ਕੱਸਿਆ ਜਾਂ ਤੰਜ਼ ਕੱਸਿਆ ਜਾਂ ਬਿਆਨ ਦਿੱਤਾ ਕਿ ਜਿਹੜੇ ਜਿੱਥੇ ਚਾਚਾ ਗਿਆ ਉੱਥੇ ਵੀ ਭਤੀਜਾ ਵੀ ਚਲਾ ਜਾਣਾ ਚਾਹੀਦਾ। ਸਵਲੀਨ ਜੀ, ਚਾਚਿਆਂ ਭਤੀਜਿਆਂ ਦਾ ਬੜਾ ਰਾਮ ਰੌਲਾ ਪਿਆ ਰਹਿੰਦਾ। ਕਦੇ ਕੈਪਟਨ ਸਾਹਿਬ ਚਾਚਾ ਤੇ ਮਜੀਠੀਆ ਭਤੀਜਾ ਬਣਦੇ ਨੇ, ਕਦੇ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਚਾਚਾ ਭਤੀਜਾ ਬਣਦੇ ਨੇ। ਇਹ ਚਾਚੇ ਭਤੀਜੇ ਜਿਹੜੇ ਨੇ ਬੜੇ ਮਸ਼ਹੂਰ ਨੇ ਭਾਰਤ ਦੀ ਸਿਆਸਤ ਦੇ ਵਿੱਚ, ਤੇ ਕਈ ਜਗ੍ਹਾ ਤੇ ਤਾਈ ਤੇ ਭਤੀਜਾ ਵੀ ਨੇ। ਚਲੋ ਉਸ ਗੱਲ ਨੂੰ ਹਾਲੇ ਛੱਡ ਲੈਂਦੇ ਆ। ਜਦੋਂ ਰਾਜਾ ਵੜਿੰਗ ਨੇ ਸੰਦੀਪ ਜਾਖੜ ਨੂੰ ਕਿਹਾ, ਫਿਰ ਜਾਖੜ ਸਾਹਿਬ ਨੇ ਕਿਹਾ ਕਿ ਤੁਸੀਂ ਮੈਨੂੰ ਕੱਢ ਦਿਓ ਪਾਰਟੀ ਚੋਂ, ਜੇ ਪਾਰਟੀ ਮੈਨੂੰ ਛੱਡ ਸਕਦੀ ਆ ਤੇ ਮੈਨੂੰ ਕੱਢ ਦਿਓ। ਤੇ ਅੱਜ ਜਿਹੜੀ ਤੁਸੀਂ ਗੱਲ ਦੱਸੀ ਆ ਉਹਦੇ ਵਿੱਚ ਜੇਕਰ ਉਹ ਵਰਿੰਦਰ ਢਿੱਲੋਂ ਜਿਹੜੇ ਯੂਥ ਦੇ ਪ੍ਰਧਾਨ ਨੇ ਉਹਨਾਂ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਦੀ ਜੇ ਅਸੀਂ ਗੱਲ ਕਰੀਏ ਤੇ ਸਾਰੇ ਲੋਕ ਜਾਣਦੇ ਨੇ ਕਿ ਜਾਖੜ ਪਰਿਵਾਰ ਜਿਹੜਾ ਆ ਉਹ ਬਹੁਤ ਪੀੜ੍ਹੀਆਂ ਤੋਂ ਕਾਂਗਰਸੀ ਪਰਿਵਾਰ ਮੰਨਿਆ ਜਾਂਦਾ। ਬਲਰਾਮ ਜਾਖੜ ਦਾ ਅਸੀਂ ਨਾਮ ਲੈਂਦੇ ਹੁੰਦੇ ਸੀ। ਫਿਰ ਸੁਨੀਲ ਜਾਖੜ ਤੇ ਆਈ, ਉਹ ਪੰਜਾਬ ਦੇ ਪ੍ਰਧਾਨ ਵੀ ਰਹੇ, ਹਾਈ ਕਮਾਂਡ ਦੇ ਵੀ ਨੇੜੇ ਸਮਝੇ ਜਾਂਦੇ ਸੀ। ਪਰ ਜਦੋਂ ਕੈਪਟਨ ਸਾਹਿਬ ਗੱਦੀਓਂ ਲਾਏ ਗਏ ਤੇ ਚੰਨੀ ਸਾਹਿਬ ਆਏ, ਉਹਨਾਂ 2 ਦਿਨਾਂ ਦੇ ਵਿੱਚ ਸੁਪਨਾ ਜਿਹੜਾ ਸੀ ਉਹ ਜਾਖੜ ਸਾਹਿਬ ਦਾ ਵੀ ਸੀ ਕਿ CM ਮੈਂ ਹੀ ਬਣਾਂਗਾ, ਭਾਵੇਂ ਉਹ ਗੱਲ ਸਿਰਫ 3, 4 ਜਾਂ 5 ਮਹੀਨਿਆਂ ਦੀ ਸੀ। ਉੱਥੇ ਜਿਹੜੀ ਹਾਈ ਕਮਾਂਡ ਆਈ ਸੀ ਜਿਹਦੇ 'ਚ ਅਸੀਂ ਜਾਣਦੇ ਹਾਂ ਰਾਜਸਥਾਨ ਤੋਂ ਸੀ, ਇੱਕ ਵੱਡੇ ਲੋਕ ਸੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਨੇ ਭੇਜੇ ਸੀ, ਜਿਹੜੇ ਹੈਲੀਕਾਪਟਰਾਂ 'ਚ ਰੋਜ਼ ਹੀ ਦਿੱਲੀ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਦਿੱਲੀ ਤੇ ਹੋਟਲਾਂ 'ਚ ਬਹਿੰਦੇ ਸੀ। ਉੱਥੇ ਜਿਹੜੀ VOTING ਹੋਈ ਸੀ ਉਹਦੇ 'ਚ ਵੀ ਕਿਹਾ ਜਾਂਦਾ, ਆ ਤੁਸੀਂ 77 ਦੀ ਗੱਲ ਕੀਤੀ ਤੇ ਜਾਖੜ ਸਾਹਿਬ ਕਹਿੰਦੇ ਆ ਕਿ ਮੇਰੇ ਨਾਮ ਤੇ ਸਭ ਤੋਂ ਵੱਧ ਵੋਟਾਂ ਜਿਹੜੀਆਂ ਨਿਕਲੀਆਂ ਸੀ। ਪਰ ਫਿਰ ਉਹ ਬੋਲਣ ਦੇ ਲਹਿਜੇ ਨਾਲ ਦੱਸਦੇ ਨੇ, ਪਰ ਸਾਹਿਬ ਵੋਟਾਂ ਨੂੰ ਕੌਣ ਗਿਣਦਾ ਹੈ, ਸਾਹਿਬ ਹਮਲਾ ਉੱਪਰੋਂ ਆਇਆ, ਸਾਹਿਬ ਹੁਕਮ ਉੱਪਰੋਂ ਆ ਗਏ। ਬਹੁਤ ਚੰਗੇ ਲਹਿਜੇ 'ਚ ਗੱਲ ਕਰਦੇ ਨੇ। ਤੇ ਜਦੋਂ ਸੱਤਾ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਬਣੀ, ਪਾਰਟੀ ਹਾਈ ਕਮਾਂਡ ਨੇ ਵੀ ਕੋਈ ਗੱਲ ਜਿਹੜੀ ਆ ਉਹ ਸਿਰੇ ਪੱਤਣ ਤੇ ਨਹੀਂ ਲਾਈ, ਤੇ ਫਿਰ ਜਾਖੜ ਸਾਹਿਬ ਨੇ ਪਾਰਟੀ ਛੱਡ ਕੇ BJP ਦਾ ਪੱਲਾ ਫੜ ਲਿਆ। ਉਦੋਂ ਵੀ ਅਸੀਂ ਸੋਚਦੇ ਸੀਗੇ ਕਿ ਜਾਖੜ ਸਾਹਿਬ ਨੂੰ ਪੰਜਾਬ ਦੇ ਪ੍ਰਧਾਨ ਲਾਇਆ ਜਾਵੇਗਾ, ਜਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀ ਸੰਗਰੂਰ ਦੀ ਇਲੈਕਸ਼ਨ ਆ ਰਹੀ ਸੀ ਉੱਥੋਂ ਸੰਗਰੂਰ ਤੋਂ ਸ਼ਾਇਦ ਉਹ ਚੋਣ ਲੜਨਗੇ। ਅਜਿਹਾ ਕੁਝ ਨਹੀਂ ਹੋਇਆ। ਪਰ ਹੁਣ ਇੱਕ ਨਵੀਂ ਜਿਹੜੀ ਕਹਾਣੀ ਆ ਉਹ ਛਿੜੀ ਹੈ। ਇਹਨੂੰ ਤੁਸੀਂ ਬਿਲਕੁਲ ਇਦਾਂ ਕਹਿ ਸਕਦੇ ਆ ਕਿ ਇਸ ਕਹਾਣੀ ਦੀ ਕੋਈ ਲੋੜ ਨਹੀਂ। ਇਹ ਗੱਲ ਬਿਲਕੁਲ ਠੀਕ ਹੈ ਕਿ ਜੇਕਰ ਜਾਖੜ ਸਾਹਿਬ ਉਧਰ ਨੇ ਤੇ ਸੰਦੀਪ ਜਾਖੜ ਵੀ ਉਧਰ ਜਾਣ, ਇਹ ਕੋਈ ਜ਼ਰੂਰੀ ਗੱਲ ਨਹੀਂ ਜੀ। ਜੇਕਰ ਤੁਹਾਡੇ ਵਾਲੇ ਪਾਸੇ ਦੀ ਅਸੀਂ ਮਾਝੇ ਦੀ ਗੱਲ ਕਰੀਏ ਤੇ ਉੱਥੇ ਇੱਕੋ ਹੀ ਕੋਠੀ ਦੇ ਉੱਤੇ ਅਸੀਂ 2 ਝੰਡੇ ਲੱਗੇ ਦੇਖੇ ਨੇ, BJP ਦਾ ਵੀ ਤੇ ਕਾਂਗਰਸ ਦਾ ਵੀ। ਉਹ ਚੋਣ ਵੀ ਲੜੇ ਨੇ, ਕੋਈ ਜਿੱਤ ਗਿਆ ਕੋਈ ਹਾਰ ਗਿਆ, ਪਰ ਪਰਿਵਾਰਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖਦੇ ਆਏ ਆ। ਤੇ BJP ਦੇ ਵਿੱਚ ਵੀ ਇਹ ਸਾਰਾ ਕੁਝ, ਕਾਂਗਰਸ ਦੇ ਵਿੱਚ ਵੀ ਇਹ ਸਾਰਾ ਕੁਝ, ਤੇ ਬਹੁਤ ਕਿਤੇ ਸਾਰਾ ਕੁਝ ਇਹ ਜਿਹੜਾ ਆ ਉਹ ਸਾਨੂੰ ਨਜ਼ਰ ਆਉਂਦਾ ਹੈ। ਹੁਣ ਵਰਿੰਦਰ ਢਿੱਲੋਂ ਨੇ ਕਿਹਾ ਕਿ ਤੁਸੀਂ ਇੱਥੇ ਜਿਹੜੀ ਆ ਇਹ ਸੀਟ ਜਿੱਤੀ ਆ ਤੇ ਉਹ ਕਾਂਗਰਸ ਦੀ ਸੀਟ ਆ, ਤੁਸੀਂ ਅਸਤੀਫਾ ਦੇ ਦਿਓ, ਤੁਸੀਂ ਇਹ ਸਾਰਾ ਕੁਝ ਛੱਡ ਕੇ ਤੇ ਦੁਬਾਰਾ ਇਲੈਕਸ਼ਨ ਲੜ ਕੇ ਜਿੱਤ ਕੇ ਦਿਖਾਓ। ਤੇ ਇਹ ਗੱਲਾਂ ਵਰਿੰਦਰ ਢਿੱਲੋਂ ਨੂੰ ਤੇ ਨਹੀਂ ਕਰਨੀਆਂ ਚਾਹੀਦੀਆਂ। ਉਹ ਤੇ ਮੈਨੂੰ ਲੱਗਦਾ ਆਪ ਉਹ ਵੀ ਅੱਗੋਂ ਕਾਫੀ ਡਾਢਾ ਆ, ਉਹ ਕਹਿੰਦਾ ਵੀ ਤੁਸੀਂ ਮੈਨੂੰ ਪਾਰਟੀ ਚੋਂ ਕੱਢ ਕੇ ਤੇ ਦਿਖਾਓ। ਬਿਲਕੁਲ, ਇਹ ਗੱਲ ਦੇਖੋ, ਗੱਲ ਉੱਥੇ ਹੀ ਆ। ਉਹਨਾਂ ਨੇ ਪਹਿਲਾਂ ਹੀ ਕਿਹਾ ਕਿ ਮੈਂ ਤੇ ਪਾਰਟੀ ਨਹੀਂ ਛੱਡੀ, ਮੈਂ ਪਾਰਟੀ ਦੇ ਨਾਲ ਹਾਂ, ਮੈਂ ਪਾਰਟੀ ਤੋਂ ਜਿੱਤੂ ਹਾਂ। ਤੇ ਵਰਿੰਦਰ ਢਿੱਲੋਂ ਨੇ ਕਿਹਾ ਕਿ ਤੁਸੀਂ ਦੁਬਾਰਾ ਜਿੱਤ ਕੇ ਦਿਖਾਓ। ਤੇ ਮੈਨੂੰ ਲੱਗਦਾ ਨਹੀਂ ਤੁਹਾਡੀ ਜਿਹੜੀ 18 ਵਾਲੀ ਲਿਸਟ ਹੈ ਉਹਦੇ 'ਚ ਵਰਿੰਦਰ ਢਿੱਲੋਂ ਦਾ ਕਿਤੇ ਨਾਮ ਹੈ। ਰੋਪੜ ਤੋਂ ਇਲੈਕਸ਼ਨ ਲੜੀ ਸੀ ਉਹਨਾਂ ਨੇ ਤੇ ਬੁਰੀ ਤਰ੍ਹਾਂ ਹਾਰੇ ਨੇ। ਤੇ ਜੇਕਰ ਹੁਣ ਇੱਕ ਹਾਈਪੋਥੈਟੀਕਲ ਗੱਲ ਹੈ ਸਵਲੀਨ ਜੀ, ਅਸੀਂ ਉਸ ਪਾਸੇ ਨਹੀਂ ਜਾਂਦੇ, ਪਰ ਇੱਕ ਗੱਲ ਹੈ ਕਿ ਜੇਕਰ ਇਸ ਗੱਲ ਦਾ ਇੱਕ ਬਣਾ ਲਿਆ ਜਾਵੇ ਕਿ ਦੁਬਾਰਾ ਇਲੈਕਸ਼ਨ ਹੋਵੇ ਤੇ ਕੌਣ ਜਿੱਤੂਗਾ, ਤੇ ਤੁਸੀਂ ਸਾਰੇ ਜਾਣਦੇ ਆ ਜਿਹੋ ਜਿਹੇ ਕਾਂਗਰਸ ਦੇ ਤੇ ਜਿਹੋ ਜਿਹੇ ਦੂਜੀਆਂ ਸਿਆਸੀ ਧਿਰਾਂ ਦੇ ਹਾਲ ਨੇ, ਕੋਈ ਪਤਾ ਨਹੀਂ ਵੀ ਕੌਣ ਜਿੱਤੇ ਤੇ ਕੌਣ ਹਾਰੇ। ਪਰ ਕਾਂਗਰਸ ਨੂੰ ਚਾਹੀਦਾ ਹੈ ਕਿ ਜਿੰਨੇ ਕੁ ਵੀ ਉਹਨਾਂ ਕੋਲ ਲੋਕ ਹਨ ਉਹ ਲੋਕਾਂ ਦੀ ਕਚਹਿਰੀ 'ਚ ਰਹਿਣ, ਲੋਕਾਂ ਦੇ ਨਾਲ ਮਿਲ ਕੇ ਰਹਿਣ, ਲੋਕ ਮੁੱਦਿਆਂ ਦੀ ਗੱਲ ਕਰਦੇ ਰਹਿਣ। ਕਿਉਂਕਿ ਅਕਾਲੀ ਦਲ ਇਹਨਾਂ ਨਾਲੋਂ ਵੀ ਜ਼ਿਆਦਾ ਉਲਝਿਆ ਹੋਇਆ। ਤੇ ਜਿਹੜੀ ਨਵੀਂ ਸਰਕਾਰ ਬਣੀ ਆ ਉਹਨਾਂ ਨੇ ਹੱਲੇ ਆਪਣੇ 5 ਮਹੀਨੇ ਪੂਰੇ ਕੀਤੇ ਨੇ, 60 ਮਹੀਨੇ ਉਹਨਾਂ ਕੋਲ ਨੇ। ਉਹਨਾਂ ਨੇ 5 ਮਹੀਨਿਆਂ 'ਚ ਇੰਨੀਆਂ ਗਲਤੀਆਂ ਕੀਤੀਆਂ ਨੇ ਕਿ ਜੇਕਰ ਕਾਂਗਰਸ ਇਸ ਸਮੱਸਿਆ ਨੂੰ, ਇਹਨਾਂ ਗੱਲਾਂ ਨੂੰ ਲੋਕਾਂ ਸਾਹਮਣੇ ਲੈ ਕੇ ਆਵੇ ਤੇ ਉਹ ਆਪਣੀ ਹਾਲਤ ਚੰਗੀ ਵੀ ਕਰ ਸਕਦੀ ਹੈ ਤੇ ਉਹ ਇਸ ਸੱਤਾਧਾਰੀ ਧਿਰ ਲਈ ਖਰੀਆਂ ਚੰਗੀਆਂ ਸੋਹਣੀਆਂ ਮੁਸ਼ਕਲਾਂ ਵੀ ਪੈਦਾ ਕਰ ਸਕਦੀ ਹੈ। ਪਰ ਗੱਲ ਉਹ ਤੁਹਾਡੇ ਵਾਲੀ ਜ਼ਿਆਦਾ ਸਹੀ ਆ ਕਿ ਕੀ ਉਹ ਆਪਣੇ ਅੰਦਰੂਨੀ ਸਮੱਸਿਆਵਾਂ ਤੋਂ ਮੁਕਤੀ ਪਾ ਕੇ ਇਹਨਾਂ ਪਾਸਿਆਂ ਨੂੰ ਦੇਖੂਗੀ ਜਾਂ ਫਿਰ ਇਦਾਂ ਹੀ ਕੰਮ ਚੱਲਦਾ ਰਹੂਗਾ। ਸਵਲੀਨ ਜੀ,
ਗੁਸਤਾਖੀ ਮਾਫ, ਇੱਕ ਛੋਟੀ ਜੀ ਗੱਲ ਹੋਰ, ਕੇਂਦਰ ਦੇ ਲੈਵਲ ਤੇ ਵੀ, ਨੈਸ਼ਨਲ ਲੈਵਲ ਤੇ ਵੀ, ਜਾਂ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਆ ਜਿਹਨੂੰ ਅਸੀਂ ਵੱਡਾ ਘਰ ਵੀ ਕਹਿੰਦੇ ਰਹੇ ਆ, ਉੱਥੇ ਵੀ ਸਾਰਾ ਕੁਝ ਠੀਕ ਨਹੀਂ ਆ। ਜੰਮੂ ਕਸ਼ਮੀਰ ਦੇ ਵਿੱਚ ਜਦੋਂ ਤੋਂ ਉੱਥੇ ਵਿਘਟਨ ਹੋਇਆ, ਜੰਮੂ ਤੇ ਕਸ਼ਮੀਰ ਨੂੰ ਸੰਸਦੀ ਖੇਤਰ ਤੋਂ ਸਟੇਟ ਤੋਂ ਤੋੜ ਦਿੱਤਾ ਗਿਆ, ਤੇ ਉੱਥੇ ਵੀ ਇਲੈਕਸ਼ਨ ਲਈ ਜਿਹੜੀ ਇੱਕ ਕਮੇਟੀ ਬਣਦੀ ਪਈ ਆ, ਕਿਉਂਕਿ ਉੱਥੇ ਸੀਟਾਂ ਦਾ ਪਰਿਸੀਮਨ ਦੁਬਾਰਾ ਹੋ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ 'ਚ ਉੱਥੇ ਚੋਣਾਂ ਦੀ ਹਾਲਾਤ ਬਣਦੇ ਨੇ। ਗੁਲਾਮ ਨਬੀ ਆਜ਼ਾਦ ਨੂੰ ਉੱਥੇ ਕੈਂਪੇਨ ਕਮੇਟੀ ਦਾ ਮੁਖੀ ਲਾਇਆ ਸੀ ਕੱਲ ਸੋਨੀਆ ਗਾਂਧੀ ਨੇ, ਤੇ ਹਾਲੇ ਉਹਨਾਂ ਨੂੰ ਖਬਰ ਮਿਲੀ ਹੀ ਸੀ ਤੇ 2 ਘੰਟੇ ਬਾਅਦ ਹੀ ਅਸਤੀਫੇ ਦੀ ਖਬਰ ਆ ਗਈ। ਉਹ ਕਹਿੰਦੇ ਮੈਂ ਤੁਹਾਡਾ ਚੋਣ ਕਮੇਟੀ ਦਾ ਮੁਖੀ ਨਹੀਂ ਜੇ ਬਣਨਾ, ਕਿਉਂਕਿ ਜਦੋਂ ਚੋਣਾਂ ਹੋਣੀਆਂ ਨੇ ਤੇ ਜਿਹੜਾ ਚੋਣ ਕਮੇਟੀ ਦਾ ਮੁਖੀ ਆ ਉਹਦੇ ਕੋਲ ਵੱਡੀ ਤਾਕਤ ਹੋਣੀ ਹੈ ਪਾਰਟੀ ਦੇ ਲੀਡਰਸ ਨੂੰ, ਪਾਰਟੀ ਦੇ ਉਮੀਦਵਾਰਾਂ ਨੂੰ ਟਿਕਟਸ ਦੇਣ ਦੇ ਵਿੱਚ ਵੀ ਤੇ ਚੋਣ ਕੰਪੇਨ ਨੂੰ ਸਾਰੀ ਨੂੰ ਚਲਾਉਣ ਦੇ ਵਿੱਚ ਵੀ। ਅਸੀਂ ਜਾਣਦੇ ਹਾਂ ਕਿ ਕਾਂਗਰਸ ਹਾਲਾਂਕਿ ਬਹੁਤ ਪਾਸਿਓਂ ਹਾਰੀ ਹੋਈ ਆ, ਪਰ ਫਿਰ ਵੀ ਅੱਜ ਵੀ ਭਾਰਤ ਦਾ ਇੱਕ ਵੱਡਾ ਧੜਾ ਹੈ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਗੁਲਾਮ ਨਬੀ ਆਜ਼ਾਦ ਇਸ ਧੜੇ ਦੇ ਵਿੱਚ ਵੱਡਾ ਰੋਲ ਨਿਭਾ ਚੁੱਕੇ ਨੇ, ਵੱਡਾ ਨਾਮ ਹੈ ਉਹਨਾਂ ਦਾ, ਜੰਮੂ ਕਸ਼ਮੀਰ ਤੋਂ ਆਉਂਦੇ ਨੇ, ਰਾਜ ਸਭਾ ਮੈਂਬਰ ਵੀ ਰਹੇ ਨੇ, ਤੇ ਜਿਹੜਾ ਇੱਕ 21 ਦਾ ਗਰੁੱਪ ਬਣਿਆ ਸੀ ਜਿਹਨੂੰ ਅਸੀਂ G21 ਕਹਿੰਦੇ ਸੀ, ਜਿਨ੍ਹਾਂ ਨੇ ਸੋਨੀਆ ਗਾਂਧੀ ਦੀ ਰਹਿਨੁਮਾਈ ਦੇ ਵਿੱਚ ਭਰੋਸਾ ਨਹੀਂ ਪ੍ਰਗਟਾਇਆ ਸੀ। ਉਹਨਾਂ ਨੇ ਕਿਹਾ ਸੀ ਕਿ ਪਾਰਟੀ ਨੂੰ ਰਿਵਾਈਵ ਕਰਨ ਦੀ ਲੋੜ ਹੈ। ਉਹਨਾਂ ਨੂੰ ਮਨਾਉਣ ਲਈ ਸ਼ਾਇਦ ਪਾਰਟੀ ਨੇ ਉਹਨਾਂ ਨੂੰ ਕੰਪੇਨ ਕਮੇਟੀ ਦਾ ਮੁਖੀ ਬਣਾਇਆ ਸੀ, ਪਰ ਉਹਨਾਂ ਨੇ ਉਹ ਜਿਹੜੀ ਗੱਲ ਆ ਉਹ ਮੰਨੀ ਨਹੀਂ। ਉਹਦੇ ਪਿੱਛੇ ਕਈ ਸਾਰੇ ਕਾਰਨ ਦੱਸਦੇ ਨੇ ਬਹੁਤ ਸਾਰੇ ਲੋਕ, ਤੇ ਇਹ ਵੀ ਗੱਲ ਕਹਿੰਦੇ ਨੇ ਕਿ ਜਦੋਂ ਉਹਨਾਂ ਦੀ ਬੀਤੇ ਦਿਨੀ ਰਾਜ ਸਭਾ ਦਾ ਕਾਰਜਕਾਲ ਖਤਮ ਹੋਇਆ ਸੀ ਤੇ ਮੋਦੀ ਸਾਹਿਬ ਨੇ ਬਹੁਤ ਵਧੀਆ ਤਕਰੀਰ ਕੀਤੀ ਸੀ ਤੇ ਆਸ ਜਗਾਈ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਚੰਗੇ ਲੀਡਰਾਂ ਦੀ ਲੋੜ ਹੈ ਤੇ ਗੁਲਾਮ ਨਬੀ ਆਜ਼ਾਦ ਉੱਧਰ ਵੀ ਜਾ ਸਕਦੇ ਨੇ। ਹਾਲੇ ਤੱਕ ਇਹੋ ਜਿਹੀ ਗੱਲ ਭਾਵੇਂ ਸਾਹਮਣੇ ਨਹੀਂ ਆਈ, ਅਟਕਲਾਂ ਜ਼ਰੂਰ ਨੇ, ਪਰ ਉਹਨਾਂ ਨੇ ਗੱਲ ਜਿਹੜੀ ਆ ਉਹ ਕਾਂਗਰਸ ਦੀ ਆਪਣੀ ਹਾਈ ਕਮਾਂਡ ਦੀ ਵੀ ਠੁਕਰਾ ਦਿੱਤੀ ਹੈ। ਸੋ ਕਾਂਗਰਸ ਲਈ ਚਾਹੇ ਪੰਜਾਬ ਹੋਵੇ, ਚਾਹੇ ਜੰਮੂ ਕਸ਼ਮੀਰ ਤੇ ਚਾਹੇ ਨੈਸ਼ਨਲ ਲੈਵਲ, ਸਮੱਸਿਆਵਾਂ ਉਂਝ ਦੀਆਂ ਉਂਝ ਹੀ ਨੇ। ਜੀ, ਪ੍ਰੋਗਰਾਮ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮੁੱਦੇ ਹੱਲੇ ਸਾਡੇ ਕੋਲ ਹੋਰ ਵੀ ਬਹੁਤ ਨੇ, ਪਰ ਤੁਸੀਂ ਕਿਤੇ ਨਹੀਂ ਜਾਣਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਹਾਲੇ ਵੀ ਕਾਂਗਰਸ ਦੀ ਕਰਦੇ ਹਾਂ ਜੀ। ਚੋਣਾਂ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਤੇ ਉੱਥੇ ਜਾ ਕੇ ਖੰਗੂਰਾ ਮਾਰਦੇ ਨੇ। ਕਹਿੰਦੇ ਨੇ ਵੀ ਨਵਤੇਜ ਚੀਮਾ ਜਿਹੜਾ ਹੈ ਨਾ, ਉਹ ਜਿਹਨੂੰ ਦਬਕਾ ਮਾਰੂਗਾ ਨਾ ਕਿਸੇ ਥਾਣੇਦਾਰ ਨੂੰ, ਉਹਦੀ ਪੈਂਟ ਗਿੱਲੀ ਹੋ ਜੂਗੀ। ਫਿਰ ਮਾਣਹਾਨੀ ਦਾ ਚੰਗਾ ਕੇਸ ਵੀ ਇਹਨਾਂ ਤੇ ਠੁਕਦਾ ਹੈ ਤੇ ਅੱਜ ਖਬਰ ਆਉਂਦੀ ਹੈ ਵੀ ਉਹ ਜਿਹੜਾ ਕੇਸ ਹੈ ਉਹ ਖਾਰਜ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਇਸ ਬਾਰੇ? ਬਿਲਕੁਲ, ਤੁਸੀਂ ਬਿਲਕੁਲ ਸਟੀਕ ਸ਼ਬਦਾਂ ਦੇ ਵਿੱਚ ਤੇ ਚੰਗੀ ਤਫਸੀਲ ਉਸ ਕੇਸ ਦੀ ਦਿੱਤੀ। ਉਹਦੀ ਵਿਰੋਧ ਵੀ ਬਹੁਤ ਹੋਇਆ, ਮੁਲਾਜ਼ਮਾਂ ਨੇ ਵੀ ਉਸ ਗੱਲ ਦੀ ਬਹੁਤ ਜਿਹੜੀ ਆ ਉਹ ਵਿਰੋਧਤਾ ਕੀਤੀ, ਆਪਣੇ ਸ਼ਬਦ ਵੀ ਕਈਆਂ ਨੇ ਬੋਲੇ, ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਉਸ ਗੱਲ ਦਾ ਵੀ ਹੋਇਆ ਤੇ ਬਾਅਦ ਵਿੱਚ ਸਿੱਧੂ ਸਾਹਿਬ ਨੇ ਉਹਦੇ ਲਈ ਕਈ ਗੱਲਾਂ ਵੀ ਕੀਤੀਆਂ। ਪਰ ਅੱਜ ਦੀ ਤਰੀਕ ਦੇ ਵਿੱਚ ਇਹ ਇੱਕ ਵੱਡੀ ਖਬਰ ਉਹਨਾਂ ਲਈ ਬਣ ਕੇ ਆਈ ਹੈ ਕਿ ਉਹਨਾਂ ਦਾ ਉਸ ਮਾਣਹਾਨੀ ਦੇ ਕੇਸ ਤੋਂ ਛੁਟਕਾਰਾ ਹੋ ਗਿਆ। ਸਵਲੀਨ ਜੀ, ਉਹਦੀ ਬੜੀ ਵਜ੍ਹਾ ਜਿਹੜੀ ਆ ਉਹ ਬੜੀ ਹੈਰਾਨੀਜਨਕ ਆ ਤੇ ਬੜੀ ਵਿਵਾਦਪੂਰਨ ਵੀ ਤੁਸੀਂ ਉਹਨੂੰ ਕਹਿ ਸਕਦੇ ਆ, ਤੇ ਹਿੰਦੁਸਤਾਨ ਦੇ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹਦੇ ਤੇ ਵੀ ਇਹ ਸਵਾਲ ਖੜਾ ਕਰਦੀ ਹੈ। ਦਿਲਸ਼ੇਰ ਸਿੰਘ ਚੰਦੇਲ ਨਾਮ ਸੀ ਡੀਐਸਪੀ ਦਾ, ਜਿਨ੍ਹਾਂ ਨੇ ਇਹ ਕੇਸ ਦਰਜ ਕੀਤਾ ਸੀ, FIR ਦਰਜ ਕਰਵਾਈ ਸੀ ਨਵਜੋਤ ਸਿੰਘ ਸਿੱਧੂ ਤੇ ਕਿ ਉਹਨਾਂ ਨੇ ਪੁਲਿਸ ਦੀ ਜਿਹੜੀ ਆ ਉਹ ਹੱਤਕ ਕੀਤੀ ਹੈ, ਮਾਣਹਾਨੀ ਦਾ ਦਾਅਵਾ ਕੀਤਾ ਸੀ। ਉਹਨਾਂ ਨੇ ਵੀ ਕਿਹਾ ਕਿ ਮੈਨੂੰ ਇਹਦੇ 'ਚ ਅਪਮਾਨ ਜਿਹੜਾ ਆ ਉਹ ਲੱਗਿਆ। ਠੀਕ ਗੱਲ ਹੈ, ਜੇਕਰ ਕੋਈ ਵੀ ਤੁਹਾਡੇ ਖਿਲਾਫ ਬੋਲਦਾ ਤੇ ਤੁਸੀਂ ਇਹ ਜਿਹੜੀ ਆ ਉਹ ਤੁਹਾਡੇ ਕੋਲ ਅਧਿਕਾਰ ਆ ਸੰਵਿਧਾਨ ਦੇ ਅਧੀਨ, ਕਾਨੂੰਨ ਦੇ ਅਧੀਨ, ਤੁਸੀਂ ਉਹਦੀ ਵਿਰੋਧਤਾ ਕਰ ਸਕਦੇ ਹੋ, ਤੁਸੀਂ ਆਪਣਾ ਵਿਰੋਧ ਦਰਜ ਕਰਵਾ ਸਕਦੇ ਹੋ। ਜੀ। ਕੇਸ ਰਜਿਸਟਰਡ ਹੋ ਗਿਆ, ਕੇਸ ਲੱਗ ਗਿਆ, ਤਰੀਕਾਂ ਪਈਆਂ ਤੇ ਹੁਣ ਦਿਲਸ਼ੇਰ ਸਿੰਘ ਚੰਦੇਲ ਆਪ ਪੇਸ਼ ਨਹੀਂ ਜੀ ਹੋਏ ਤੇ ਉਹਨਾਂ ਦੀ ਪੇਸ਼ੀ ਨਾ ਹੋਣ ਕਰਕੇ ਇੱਕ ਪਾਸੜ ਹੀ ਜੱਜ ਸਾਹਿਬ ਨੇ ਇਹ ਜਿਹੜਾ ਕੇਸ ਆ ਉਹ ਖਾਰਜ ਕਰ ਦਿੱਤਾ। ਤੁਸੀਂ ਇਹਨੂੰ ਨਵਜੋਤ ਸਿੰਘ ਸਿੱਧੂ ਦੇ ਨਜ਼ਰੀਏ ਤੋਂ ਦੇਖਦੇ ਆ ਤੇ ਉਹ ਉਹਨਾਂ ਲਈ ਇੱਕ ਚੰਗੀ ਗੱਲ ਹੈ। ਜਦੋਂ ਦਰਜ ਹੋਇਆ ਸੀ ਤੇ ਇਹਨਾਂ ਡੀਐਸਪੀ ਸਾਹਿਬ ਦੀ ਵਾਹਵਾਹੀ ਬਹੁਤ ਹੋਈ ਸੀ, ਖਬਰ ਬਹੁਤ ਬਣ ਗਈ ਸੀ ਤੇ ਸੋਸ਼ਲ ਮੀਡੀਆ ਹੋਵੇ ਚਾਹੇ ਅਖਬਾਰਾਂ ਹੋਣ, ਉਹਦੇ ਉੱਥੇ ਪੂਰੀ ਵਾਹਵਾਹ ਜਿਹੜੀ ਹੋ ਗਈ ਸੀ। ਨਵਤੇਜ ਸਿੰਘ ਚੀਮਾ ਵੀ ਨਹੀਂ ਜਿੱਤੇ ਤੇ ਨਵਜੋਤ ਸਿੰਘ ਸਿੱਧੂ ਵੀ ਨਹੀਂ ਜਿੱਤੇ। ਚੋਣਾਂ ਖਤਮ ਹੋ ਗਈਆਂ, ਚੋਣ ਪ੍ਰਚਾਰ ਦੇ ਦੌਰਾਨ ਕੀਤੇ ਗਏ ਭਾਸ਼ਣ, ਚੋਣ ਪ੍ਰਚਾਰ ਦੇ ਦੌਰਾਨ ਵਰਤੀਆਂ ਗਈਆਂ ਲੱਛੇਦਾਰ ਚੀਜ਼ਾਂ ਤੇ ਚੋਣ ਪ੍ਰਚਾਰ ਦੌਰਾਨ ਕੀਤੇ ਵੱਡੇ ਵੱਡੇ ਵਾਅਦਿਆਂ ਦੀ ਗੱਲ ਅਸੀਂ ਅੱਜ ਕੱਲ੍ਹ ਸੁਪਰੀਮ ਕੋਰਟ 'ਚ ਵੀ ਸੁਣ ਰਹੇ ਹਾਂ। ਉੱਥੇ ਵੀ ਕੇਸ ਜਿਹੜੇ ਨੇ ਉਹ ਲੱਗੇ ਹੋਏ ਨੇ, ਭਾਵੇਂ ਕਿ ਉਹ ਬੀਜੇਪੀ ਦੇ ਲੋਕਾਂ ਵੱਲੋਂ ਲਾਏ ਹੋਏ ਨੇ ਕਿ ਮੁਫਤ ਦੀਆਂ ਰੇੜੀਆਂ ਜਿਹੜੀਆਂ ਉਹ ਨਾ ਵੰਡੀਆਂ ਜਾਣ। ਉਹ ਇੱਕ ਵੱਖਰਾ ਆਸਪੈਕਟ ਹੈ।
ਇਹੋ ਜਿਹਾ ਇੱਕ ਕੇਸ ਦਰਜ ਕਰਾ ਦੇਣਾ, ਅਦਾਲਤ ਦਾ ਸਮਾਂ ਖਰਾਬ ਕਰਨਾ, ਬਾਅਦ ਵਿੱਚ ਉਸ ਕੇਸ ਤੇ ਹਾਜ਼ਰ ਨਾ ਹੋਣਾ, ਇਹ ਅਦਾਲਤ ਦੀ ਵੀ ਜਿਹੜੀ ਆ ਉਹ ਸਮੇਂ ਦੀ ਬਰਬਾਦੀ ਤੇ ਹੈ ਹੀ ਹੈ, ਸਾਧਨਾਂ ਦੀ ਬਰਬਾਦੀ ਵੀ ਹੈ ਜੀ। ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਕੇਸ ਜਿਹੜੇ ਆ ਸਮੇਂ ਦੇ ਕਮੀ ਹੋਣ ਕਾਰਨ, ਜੱਜ ਸਾਹਿਬਾਨਾਂ ਦੀ ਗਿਣਤੀ ਘੱਟ ਹੋਣ ਕਾਰਨ ਜਿਹੜੀ ਆ ਉਹ ਸੁਣਵਾਈ ਕਈ ਸਾਲ ਲਟਕਦੀ ਰਹਿੰਦੀ ਹੈ। ਤੋ ਬਹੁਤ ਸਾਰੇ ਕੇਸਾਂ ਦੇ ਵਿੱਚ ਸਵਲੀਨ ਜੀ ਇੱਦਾਂ ਦੇਖਿਆ ਗਿਆ ਕਿ ਇਹੋ ਜਿਹੇ ਕੇਸਾਂ ਦੇ ਵਿੱਚ ਜੱਜ ਸਾਹਿਬ ਫਿਰ ਜੁਰਮਾਨਾ ਵੀ ਕਰਦੇ ਨੇ, ਜਿਹੜੀ ਆ ਧਿਰ ਜਿਹੜੀ ਕਿ ਉਹ ਫਰਿਆਦ ਲੈ ਕੇ ਆਈ ਹੁੰਦੀ ਹੈ ਜਿਨ੍ਹਾਂ ਨੇ ਕੇਸ ਦਰਜ ਕਰਾਇਆ ਹੁੰਦਾ। ਪਰ ਇੱਥੇ ਚੰਦੇਲ ਸਾਹਿਬ ਬਚ ਜ਼ਰੂਰ ਗਏ ਨੇ, ਪਰ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਫਿਰ ਅਸੀਂ ਇੱਕ ਵਾਰ ਦੁਬਾਰਾ ਉਸ ਸੁਪਰੀਮ ਕੋਰਟ ਦੇ ਕੇਸ ਦੀ ਗੱਲ ਕਰੀਏ ਤੇ ਉੱਥੇ ਵੀ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਸ਼ਣਾਂ ਦੇ ਉੱਤੇ ਰੋਕ ਨਹੀਂ ਲਈ ਜਾ ਸਕਦੀ, ਜਿਹੜੇ ਮੁਫਤ ਦੇ ਵਾਅਦੇ ਨੇ ਜਾਂ ਇਹਨਾਂ ਦੇ ਉੱਤੇ ਵੀ ਰੋਕ ਲਾਉਣਾ ਸਾਡੇ ਅਧਿਕਾਰ ਖੇਤਰ 'ਚ ਨਹੀਂ ਹੈਗਾ। ਤੁਸੀਂ ਪਾਰਲੀਮੈਂਟ 'ਚ ਬਹਿ ਕੇ ਅਜਿਹਾ ਕਾਨੂੰਨ ਬਣਾ ਸਕਦੇ ਆ ਕਿ ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਅੱਛਾ, ਇੱਕ ਪਰਸਨਲੀ ਜਿਹਾ ਸਵਾਲ ਮੈਨੂੰ ਦੱਸੋ, ਜਦੋਂ ਸਵੇਰੇ ਮੈਂ ਖਬਰ ਦੇਖੀ ਵੀ ਐਡਾ ਵੱਡਾ ਹੈਡਲਾਈਨ ਉੱਤੇ ਲਿਖੀ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਵੱਡੀ ਰਾਹਤ, ਮੈਨੂੰ ਲੱਗਿਆ ਵੀ ਬੀਬੇ ਬੱਚੇ ਬਣ ਕੇ ਜੇਲ੍ਹ 'ਚ ਬੈਠੇ ਹੋਣੇ, ਬਾਹਰ ਕੱਢਤਾ ਉਹਨਾਂ ਨੇ, ਤੁਹਾਨੂੰ ਵੀ ਲੱਗਿਆ? ਬਿਲਕੁਲ, ਮੈਂ ਪਹਿਲਾਂ ਖਬਰ ਦੀ ਸ਼ੁਰੂਆਤ ਹੀ ਇੱਥੋਂ ਕਰਨ ਲੱਗਿਆ ਸੀ ਕਿ ਇਹ ਸਾਰਿਆਂ ਨੂੰ ਹੀ ਇਦਾਂ ਲੱਗਿਆ, ਕਿਉਂਕਿ ਇਕੱਠੇ ਹੀ ਅੰਦਰ ਗਏ ਸੀ। ਮਜੀਠੀਆ ਸਾਹਿਬ ਪਹਿਲਾਂ ਚਲ ਗਏ ਸੀ, ਸਿੱਧੂ ਸਾਹਿਬ ਥੋੜੇ ਦਿਨ ਬਾਅਦ ਚ ਗਏ ਸੀ, ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਅੰਕੜਾ ਆ ਉਹ ਵੀ ਬਹੁਤ ਮੈਚ ਕਰਦਾ ਹੈ। ਉੱਥੇ ਬੈਰਕਾਂ ਵੀ ਕਹਿੰਦੇ ਨੇੜੇ ਤੇੜੇ ਸੀ, ਤੇ ਬਾਹਰ ਆ ਕੇ ਮਜੀਠੀਆ ਸਾਹਿਬ ਨੇ ਵੀ ਕਈ ਗੱਲਾਂ ਕੀਤੀਆਂ। ਹਾਲਾਂਕਿ ਹੁਣ ਤਾਂ ਉਹ ਇੱਕ ਰੈਲੀ ਟਾਈਪ ਜਿਹੜਾ ਮੁਜ਼ਾਹਰਾ ਕਰਦੇ ਨੇ, ਚੰਡੀਗੜ੍ਹੋਂ ਅੰਮ੍ਰਿਤਸਰ ਨੂੰ ਜਾ ਰਹੇ ਨੇ, ਉਹਨਾਂ ਨੇ ਵੀ ਆਪਣੀ ਜਿਹੜੀ ਆ ਦੁਬਾਰਾ ਸਿਆਸਤ ਜਿਹੜੀ ਆ ਸ਼ੁਰੂ ਕੀਤੀ ਆ। ਤੇ ਆਸ ਲੱਗਾ ਸੀ, ਤੁਸੀਂ ਇਦਾਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਵੀ ਬਾਹਰ ਆ ਜਾਣਗੇ। ਸਾਲ ਦੀ ਸਜ਼ਾ ਹੈ, ਕੁਝ ਮਹੀਨੇ ਪੂਰੇ ਹੋ ਗਏ ਨੇ, ਤੇ ਹੋ ਸਕਦਾ ਤੁਹਾਡੀ ਗੱਲ ਸੱਚ ਹੋਵੇ ਕਿ ਬੀਬੇ ਬੱਚਿਆਂ ਵਾਲੀ, ਪਰ ਹਾਲੀ ਉਹਨਾਂ ਨੂੰ ਜਿਹੜਾ ਇੱਕ FIR ਤੋਂ ਹੀ ਛੁਟਕਾਰਾ ਮਿਲਿਆ ਸੀ। ਜੀ ਜੀ, ਇਹ ਤੇ ਹੋ ਗਈ ਕਾਂਗਰਸ ਦੀ ਗੱਲ, ਜਿਹੜੇ 17 ਤੋਂ 18 ਤੇ ਸਿਮਟੇ ਨਕਮੂਹ ਲੱਥੇ ਲੋਕਾਂ ਦੇ, ਤੇ ਫਿਰ ਸੱਤਾ 'ਚ ਆ ਗਈ ਆਮ ਆਦਮੀ ਪਾਰਟੀ। ਉਹਨੇ ਆਉਂਦਿਆਂ ਹੀ ਕਿਹਾ, ਪਹਿਲਾਂ ਹੀ ਕਹਿਤਾ ਸੀ ਚੋਣਾਂ ਤੋਂ, ਕਿ ਜੇਕਰ ਅਸੀਂ ਸੱਤਾ 'ਚ ਆਉਂਦੇ ਹਾਂ ਤੇ ਅਸੀਂ ਪਹਿਲਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਵਾਂਗੇ। ਖੈਰ ਇਹਨਾਂ ਨੇ ਕੋਸ਼ਿਸ਼ ਵੀ ਕੀਤੀ, ਨੰਬਰ ਜਾਰੀ ਕੀਤਾ, ਮੰਤਰੀਆਂ ਤੱਕ ਵੀ ਪਹੁੰਚੇ, ਵਿਜੀਲੈਂਸ ਬਿਊਰੋ ਜਿਹੜੀ ਅੱਡੀਆਂ ਭਾਰ ਹੋ ਗਈ। ਸ਼ਰਮਾ ਜੀ, ਕਿਸੇ ਨੂੰ ਮਨੇਰੇ 3 ਵਜੇ ਚੁੱਕ ਲਿਆ, ਕਿਸੇ ਨੂੰ ਪਹਿਲਾਂ ਦੱਸਦਾ ਵੀ ਭਾਈ 13 ਨੰਬਰ ਆਉਣ ਵਾਲਾ, ਕੋਈ ਆਪ ਅਦਾਲਤ ਚਲ ਗਿਆ ਵੀ ਜਦੋਂ ਮੈਨੂੰ ਫੜਨਾ ਮੈਨੂੰ ਹਫਤਾ ਪਹਿਲਾਂ ਦੱਸ ਦਿਓ। ਇਹ ਵਿਜੀਲੈਂਸ ਬਿਊਰੋ ਦੀ ਕਾਰਵਾਈ ਇਸ ਵੇਲੇ ਕਿੱਦਾਂ ਚੱਲ ਰਹੀ ਹੈ? ਅੱਡੀਆਂ ਭਾਰੀ ਨੇ ਹਲੇ ਜਾਂ ਫਿਰ ਥੋੜਾ ਸਲੋ ਡਾਊਨ ਹੈ ਕੰਮ? ਦੇਖੋ ਜੀ, ਜੇ ਤੇ ਅਖਬਾਰੀ ਖਬਰਾਂ ਦੀ ਗੱਲ ਕਰੀਏ ਤੇ ਵਿਜੀਲੈਂਸ ਕੰਮ ਕਰਦੀ ਵੀ ਜਾਪਦੀ ਹੈ ਤੇ ਸਲੋ ਵੀ ਜਾਪਦੀ ਹੈ। ਜੇਕਰ ਅੰਦਰਲੀਆਂ ਖਬਰਾਂ ਜਿਹਨੂੰ ਤੁਸੀਂ ਸੂਤਰ ਕਹਿੰਦੇ ਆ ਉਹਦੀ ਗੱਲ ਕਰੀਏ ਤੇ ਇੰਜ ਜਾਪਦਾ ਹੈ ਕਿ ਵਿਜੀਲੈਂਸ ਬਿਲਕੁਲ ਬਹੁਤ ਮੁਸਤੈਦ ਆ, ਅੱਡੀਆਂ ਭਾਰ ਆ, ਉਹ ਬਹੁਤ ਦੌੜਨ ਲਈ ਤਿਆਰ ਨੇ, ਪਰ ਉਹਨਾਂ ਕੋਲ ਇੱਕ ਤੇ ਰਿਸੋਰਸਿਸ ਦੀ ਥੋੜੀ ਜਿਹੀ ਕਮੀ ਨਜ਼ਰ ਆਉਂਦੀ ਆ ਕਿ ਅਫਸਰਸ ਦੀ ਜਿਹੜੀ ਗਿਣਤੀ ਆ ਉਹ ਉਨੀ ਨਹੀਂ ਹੈਗੀ, ਕਿਉਂਕਿ ਫਾਈਲਸ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਨੇ ਸਵਲੀਤ ਜੀ। ਤੇ ਤੀਸਰੀ ਇੱਕ ਗੱਲ ਇਹ ਵੀ ਹੈ ਕਿ ਵੱਡੇ ਵੱਡੇ ਅਫਸਰਾਂ ਦੀ ਜਦੋਂ ਜਾਂਚ ਕਰਨੀ ਹੁੰਦੀ ਹੈ, ਉਹਦੇ ਲਈ ਜਿਹੜੀ ਮਨਜ਼ੂਰੀ ਲੈਣੀ ਪੈਂਦੀ ਹੈ ਨਾ ਜੀ, ਉਹ ਮਿਲਣ 'ਚ ਕਿਤੇ ਨਾ ਕਿਤੇ ਦੇਰੀ ਹੈ। ਉਹ ਕਈ ਵਾਰੀ ਤੇ ਉਹ ਕੇਂਦਰ ਤੇ ਉੱਥੋਂ ਆਉਂਦੀ ਆ, ਤੇ ਕਈ ਵਾਰੀ ਉਹ ਹੋਮ ਮਿਨਿਸਟਰੀ ਜਾਂ ਤੁਸੀਂ ਕਹਿ ਲਓ ਕਿ ਮੁੱਖ ਮੰਤਰੀ ਆਫਿਸ ਤੋਂ ਮਿਲਣੀ ਹੁੰਦੀ ਹੈ। ਹੁਣ ਇਹ ਗੱਲ ਨਹੀਂ ਸਮਝ ਆਉਂਦੀ ਕਿ ਮੁੱਖ ਮੰਤਰੀ ਸਾਹਿਬ ਕੋਲੋਂ ਉਹ ਫਾਈਲਾਂ ਜਿਹੜੀਆਂ ਪਈਆਂ ਨੇ ਉਹ 2 ਵਾਰ ਜਾਂ 3 ਵਾਰ ਉਹਦੀ ਜਿਹੜੀ ਮਨਜ਼ੂਰੀ ਆ ਉਹ ਕਿਉਂ ਨਹੀਂ ਮਿਲਦੀ? ਕਿਉਂਕਿ ਕਾਂਗਰਸ ਦੇ ਕੇਸ ਵਿੱਚ ਕਿਹਾ ਜਾਂਦਾ ਸੀਗਾ ਕਿ ਉਹਨਾਂ ਦੀ ਅਕਾਲੀ ਦਲ ਦੇ ਨਾਲ ਸੱਤਾ ਦੀ ਭਾਈਵਾਲੀ ਆ, ਤੇ ਉਹ ਉੱਤਰ ਕਾਟੋ ਤੇੜੇ ਕੋਠੇ ਮੈਚੜਾਂ ਵਾਲੀ ਖੇਡ ਖੇਡਦੇ ਨੇ ਕਿ 75-25 ਦੀ ਗੱਲ ਚੱਲਦੀ ਸੀ। ਬਹੁਤ ਸਾਰੀਆਂ ਗੱਲਾਂ ਅਸੀਂ ਉਸ ਮਾਮਲੇ 'ਚ ਸੁਣੀਆਂ ਕਿ ਤੁਸੀਂ ਕਰ ਲਓ, ਅਸੀਂ ਕੁਝ ਨਹੀਂ ਕਵਾਂਗੇ, ਅਸੀਂ ਕਰ ਲਾਂਗੇ, ਤੁਸੀਂ ਕੁਝ ਨਹੀਂ ਕਵਾਂਗੇ। ਪਰ ਇੱਥੇ ਆਮ ਆਦਮੀ ਪਾਰਟੀ ਦੇ ਕੇਸ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ। ਬੀਤੇ ਦੇ ਵਿੱਚ ਇਹ ਕਦੇ ਸੱਤਾ 'ਚ ਰਹੇ ਨਹੀਂ, ਇਹਨਾਂ ਦੇ ਨਾਮ ਤੇ ਕੋਈ ਹਾਲੇ ਤੱਕ ਜਿਹੜਾ ਆ ਉਸ ਗੱਲ ਦਾ ਛਿੱਟਾ ਨਹੀਂ ਪੈਣਾ, ਤੇ ਇਹਨਾਂ ਨੂੰ ਤੇ ਇਹ ਚਾਹੀਦਾ ਆ ਕਿ ਉਹ ਜਿਹੜੇ ਸਾਰੇ ਕੰਮ ਨੇ ਉਹ ਖੁੱਲ੍ਹ ਕੇ ਹੋਣ। ਪਰ ਕਿਤੇ ਨਾ ਕਿਤੇ ਕੁਝ ਰੁਕਾਵਟਾਂ ਜਿਹੜੀਆਂ ਉਹ ਜ਼ਰੂਰ ਨੇ, ਉਹ ਅਫਸਰਸ਼ਾਹੀ ਦੇ ਲੰਬੇ ਸਮੇਂ ਤੋਂ ਉਸ ਖਾਸ ਚੱਕਰ ਦੇ ਵਿੱਚ ਵੱਜੇ ਹੋਣ ਕਰਕੇ ਨੇ, ਜਾਂ ਇਹਨਾਂ ਨੂੰ ਹਾਲੇ ਬਹੁਤ ਸਾਰੀ ਅਫਸਰਸ਼ਾਹੀ ਸਪੋਰਟ ਨਹੀਂ ਕਰ ਰਹੀ, ਇਹਨਾਂ ਦੇ ਮੁਤਾਬਕ ਨਹੀਂ ਚੱਲ ਰਹੀ, ਉਸ ਕਰਕੇ ਹਨ, ਜਾਂ ਇਹ ਵੀ ਹੌਲੀ ਹੌਲੀ ਉਸ ਰਾਜਨੀਤੀ ਵਾਲੇ ਢਰੇ ਦੇ ਵਿੱਚ ਢਲਣ ਜਾ ਰਹੇ ਨੇ ਕਿ ਇਹ ਜਿਹੜੇ ਮੁੱਦੇ ਨੇ ਉਹਨਾਂ ਨੂੰ ਬਚਾ ਕੇ ਰੱਖੋ, ਜਦੋਂ ਲੋੜ ਹੋਈ ਉਦੋਂ ਵਰਤ ਲਵਾਂਗੇ। ਇਹ ਨਹੀਂ ਅਸੀਂ ਕਹਿ ਸਕਦੇ। ਪਰ ਵਿਜੀਲੈਂਸ ਦੀ ਜਿਹੜੀ ਗੱਲ ਆ, ਤੁਸੀਂ ਬਿਲਕੁਲ ਠੀਕ ਦੱਸਿਆ ਕਿ ਕੁਝ ਚੁੱਕ ਲਏ ਗਏ ਤੇ ਕੁਝ ਦਾ ਰੌਲਾ ਪਾ ਕੇ ਹਾਈ ਕੋਰਟ ਵੱਲ ਦੌੜ ਗਏ। ਲੁਧਿਆਣੇ ਦੇ ਇੱਕ ਮੰਤਰੀ ਦੀ ਗੱਲ ਹੈ, ਉਸ ਜਾਂਚ ਦੀ ਗੱਲ ਸਾਹਮਣੇ ਜਿਹੜੀ ਆਈ ਆ ਸਵਲੀਨ ਜੀ, ਇਹੋ ਜਿਹੀ ਹੀ ਜਾਂਚ 2017 ਦੇ ਵਿੱਚ ਵੀ ਸਾਹਮਣੇ ਆਈ ਸੀ, ਜਦੋਂ ਉਸ ਘੁਟਾਲੇ ਦੀ ਰਕਮ ਜਿਹੜੀ ਆ ਉਹ 31,000 ਕਰੋੜ ਦੱਸੀ ਗਈ ਸੀ ਕਿ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦੇ ਵਿੱਚ ਜਿਹੜਾ ਬਹੁਤ ਸਾਰਾ ਅਨਾਜ ਆ ਉਹਦੀ, ਅਸੀਂ ਜਾਣਦੇ ਹਾਂ, ਸਾਰੇ ਦਰਸ਼ਕ ਜਾਣਦੇ ਨੇ ਕਿ ਜਦੋਂ ਸੀਜ਼ਨ ਤੇ ਢੋਆਈ ਹੁੰਦੀ ਆ ਤੇ ਟੈਂਡਰ ਲੱਗਦੇ ਨੇ, ਗੱਡੀਆਂ ਦੇ ਨੰਬਰ ਦਿੱਤੇ ਜਾਂਦੇ ਨੇ ਕਿ ਫਲਾਨੀ ਮੰਡੀ ਤੋਂ ਇਸ ਨੰਬਰ ਦੀਆਂ ਗੱਡੀਆਂ ਨੇ ਅਨਾਜ ਜਿਹੜਾ ਚੁੱਕਣਾ ਹੈ ਤੇ ਫਲਾਨੀ ਜਗ੍ਹਾ ਤੇ ਛੱਡਣਾ ਆ। ਉਹ 2017 ਦੇ ਵਿੱਚ ਵੀ ਗੱਲ ਆਈ ਸੀ ਕਿ ਕਈ ਆਟੋਜ਼ ਦੇ, ਕਈ ਸਕੂਟਰਸ ਦੇ, ਕਈ ਮੋਟਰਸਾਈਕਲ ਦੇ, 2 ਵੀਲਰਸ ਦੇ ਨੰਬਰ ਜਿਹੜੇ ਰਜਿਸਟਰ ਕਰਵਾ ਦਿੱਤੇ ਗਏ ਉੱਥੇ,
ਉਹਨਾਂ ਦੇ ਨਾਂ ਦੀਆਂ ਪਰਚੀਆਂ ਬਣ ਗਈਆਂ, ਪੇਮੈਂਟਸ ਕਢਵਾ ਲਈਆਂ ਗਈਆਂ। ਜਦੋਂ ਜਾਂਚ ਸਾਹਮਣੇ ਆਈ ਤੇ ਪਤਾ ਲੱਗਿਆ ਕਿ ਇੱਕ ਸਕੂਟਰ ਤੇ ਮੰਡੀ ਚੋਂ 100 ਬੋਰੀ ਜਾਂ 200 ਬੋਰੀ ਅਨਾਜ ਲੱਦ ਕੇ ਨਹੀਂ ਲਿਜਾ ਸਕਦਾ। ਸੋ ਇਹ ਸਾਫ਼-ਸਾਫ਼ ਘਪਲੇ ਦੀਆਂ ਗੱਲਾਂ ਸੀ, ਪਰ ਨਿਕਲਿਆ ਪੜਿਆ ਉਹਦੇ ਚੋਂ ਵੀ ਕੁਛ ਨਹੀਂ ਮੁੜ ਕੇ। ਗੱਲਾਂ ਜਿਹੜੀਆਂ ਨੇ ਅਸੀਂ ਜਾਣਦੇ ਹਾਂ ਕਿ ਘਪਲੇ ਜਿਹੜੇ ਨੇ ਉਹ ਘਪਲੇ ਹੀ ਰਹਿ ਜਾਂਦੇ ਨੇ। ਹੁਣ ਬਿਲਕੁਲ ਇਸੇ ਤਰ੍ਹਾਂ ਦੀ ਖਬਰ ਦੁਬਾਰਾ 17 ਨੇ ਰਿਪੀਟ ਕੀਤਾ। 2022 ਦੇ ਵਿੱਚ ਸਰਕਾਰ ਬਦਲ ਗਈ ਹੈ ਤੇ ਲੁਧਿਆਣੇ ਚੋਂ ਵੀ ਵਿਜੀਲੈਂਸ ਜਿਹੜੇ ਐਸਐਸਪੀ ਨੇ ਉਹ ਜਾਂਚ ਕਰ ਰਹੇ ਨੇ ਤੇ ਉੱਥੇ ਵੀ ਸਾਹਮਣੇ ਆਇਆ ਹੈ ਕਿ ਕੁਝ ਠੇਕੇਦਾਰ ਜਿਹੜੇ ਨੇ ਉੱਥੇ ਵੀ ਉਹਨਾਂ ਨੇ ਉਹੋ ਜਿਹੀਆਂ ਹੀ ਪਰਚੀਆਂ, ਉਹੋ ਜਿਹੇ ਹੀ ਜਿਹੜੇ ਨੇ ਸਕੂਟਰ ਤੇ ਉਹੋ ਜਿਹੇ ਹੀ ਮੋਟਰਸਾਈਕਲਾਂ ਦੇ ਨੰਬਰ ਪਾਏ ਨੇ ਤੇ ਉੱਥੋਂ ਜਿਹੜੀ ਆ ਉਹ ਅਨਾਜ ਦੀ ਜਿਹੜੀ ਆ ਲਿਫਟਿੰਗ ਤੇ ਅਨਲੋਡਿੰਗ ਜਿਹੜੀ ਆ ਉਸੇ ਤਰੀਕੇ ਦੇ ਨਾਲ ਹੋਈ ਹੈ ਜਿੱਥੇ ਕਈ ਸਾਰੇ ਕਰੋੜਾਂ ਦਾ ਘਪਲਾ ਹੈ। ਇੱਥੇ ਤਾਂ 100,000 ਦੀ ਗੱਲ ਹੋਵੇ ਤੇ ਆਮ ਬੰਦੇ ਦੀ ਜੇਬ ਹਲਕ ਜਾਂਦੀ ਹੈ ਵੀ ਕਿੱਥੇ ਪਹੁੰਚ ਗਏ ਉਹ ਪੈਸੇ ਤੇ ਕਿੱਥੇ ਨਹੀਂ। ਪਰ ਅਸੀਂ ਜਦੋਂ ਦੇ ਦੇਖਦੇ ਹਾਂ ਘਪਲੇ ਜਿਹੜੇ ਨੇ ਉਹ ਕਰੋੜਾਂ ਦੇ, 100 ਕਰੋੜਾਂ ਦੇ, ਹਜ਼ਾਰਾਂ ਕਰੋੜਾਂ ਦੇ, ਕੀ ਲੱਖਾਂ ਕਰੋੜਾਂ ਤੱਕ ਪਹੁੰਚ ਗਏ ਨੇ। ਸ਼ਾਇਦ ਇਹਨਾਂ ਦੀ ਵਜ੍ਹਾ ਨਾਲ ਹੀ ਜਦੋਂ ਅਸੀਂ ਇੱਕ ਸਮਾਂ ਸੀ ਜਦੋਂ ਪੰਜਾਬ ਦਾ ਕਰਜ਼ਾ 5,000, 7,000, 8,000 ਕਰੋੜ ਦਾ ਦੇਖਦੇ ਸੀ ਤੇ ਹੁਣ ਪੌਣੇ 3 ਲੱਖ ਕਰੋੜ ਜਾਂ 3 ਲੱਖ ਕਰੋੜ ਤੋਂ ਵੀ ਟੱਪਿਆ ਨਜ਼ਰ ਆਉਂਦਾ ਹੈ। ਸੋ ਵਿਜੀਲੈਂਸ ਬਿਊਰੋ ਉਸ ਜਾਂਚ ਨੂੰ ਤਿੱਖਾ ਕਰਦੀ ਨਜ਼ਰ ਆਉਂਦੀ ਆ। ਕੁਝ ਠੇਕੇਦਾਰਾਂ ਦੇ ਤੇ ਕੁਝ ਮੁਲਾਜ਼ਮਾਂ ਦੇ ਪਰਚੇ ਵੀ ਦਰਜ ਹੋਏ ਨੇ। ਪਰ ਹੁਣ ਇਹ ਗੱਲ ਦੇਖਣੀ ਬਣਦੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਜਾਂਚ ਆ ਥੱਲਿਓਂ ਸ਼ੁਰੂ ਹੋਈ ਆ, ਇਹ ਉੱਪਰ ਵੱਲ ਨੂੰ ਜਾਵੇਗੀ। ਕੀ ਉਹ IAS ਜਾਂ ਅਧਿਕਾਰੀ ਜਿਹੜੇ ਵੱਡੇ ਨੇ, ਡਾਇਰੈਕਟਰ, ਮੰਡੀ ਬੋਰਡ ਜਾਂ ਜੋ ਕੁਝ ਵੀ ਉਹਦੇ ਵਿੱਚ ਹੁੰਦੇ ਨੇ, ਉਹ ਇਹਦੀ ਜਦ ਵਿੱਚ ਪਹੁੰਚਦੇ ਨੇ ਤੇ ਮੰਤਰੀਆਂ ਤੱਕ ਗੱਲ ਪਹੁੰਚਦੀ ਆ ਕਿ ਨਹੀਂ ਪਹੁੰਚਦੀ? ਕਿਉਂਕਿ ਮੰਤਰੀ ਸਾਹਿਬ ਨੇ ਸਿਫਾਰਿਸ਼ ਜਾਂ ਤੁਸੀਂ ਕਹਿ ਲਓ ਕਿ ਪਹੁੰਚ ਜਿਹੜੀ ਆ ਉਹ ਹਾਈ ਕੋਰਟ ਦੀ ਕੀਤੀ ਸੀ। ਉਹਨਾਂ ਨੂੰ ਉੱਥੋਂ ਮਿਲਿਆ ਕੁਛ ਨਹੀਂ, ਸਿਰਫ ਔਰ ਸਿਰਫ ਇੱਕ ਤਰੀਕ ਮਿਲੀ ਹੈ। ਸਵਲੀਨ ਜੀ, ਇਹੋ ਜਿਹੀ ਹੀ ਇੱਕ ਹੋਰ ਮਜ਼ੇਦਾਰ ਘਟਨਾ ਜਿਹੜੀ ਆ ਉਹ ਬੀਤੇ ਦਿਨੀ ਜਦੋਂ 15 ਅਗਸਤ ਮਨਾਇਆ ਜਾ ਰਿਹਾ ਸੀ ਆਜ਼ਾਦੀ ਦਿਵਸ, ਉਹ ਨੰਬਰ ਦੀ ਜਿਹੜੀ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਨੰਬਰ ਦੀ ਗੱਲ ਸੀ। ਇਹੋ ਜਿਹੀ ਹੀ ਗੱਲ ਇੱਕ ਮੁਕੇਰੀਆਂ 'ਚ ਸਾਹਮਣੇ ਆਈ ਜਿੱਥੇ ਮਾਣਯੋਗ SDM ਸਾਹਿਬ ਪਰੇਡ ਦਾ ਮੁਆਇਨਾ ਕਰ ਰਹੇ ਸੀ, ਸਲਾਮੀ ਲੈ ਰਹੇ ਸੀ ਪਰੇਡ ਤੋਂ, ਤੇ ਜਿਹੜੀ ਜੀਪ ਤੇ ਉਹ ਸਲਾਮੀ ਲੈ ਰਹੇ ਸੀ ਉਹਦਾ ਬੜਾ ਸੋਹਣਾ ਜਿਹਾ VIP ਨੰਬਰ ਸੀ ਤੇ ਉਹ ਕਿਸੇ ਨੇ ਉਸ ਨੰਬਰ ਦੀ ਜਦੋਂ ਘੋਖ ਪੜਤਾਲ ਕੀਤੀ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਤੇ ਪਟਿਆਲੇ ਦੇ ਕਿਸੇ ਬਜਾਜ ਸਕੂਟਰ ਦਾ ਨੰਬਰ ਹੈ ਜੀ। ਸੋ ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੰਜ ਚੱਲਦੀਆਂ ਨੇ। ਹੁਣ SDM ਸਾਹਿਬ ਤੇ DSP ਸਾਹਿਬ ਇਹ ਦੱਸਣ ਕਿ ਜਦੋਂ ਉਹ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ, ਉਹ ਕਿਹਦੀ ਕਾਰ ਲੈ ਕੇ ਆਏ, ਕਿਹਦਾ ਉਹ ਨੰਬਰ ਲੱਗਿਆ ਸੀ, ਉਹ ਇੱਕ ਘਟਨਾ ਤੇ ਤੁਸੀਂ ਕਹਿ ਲਓ ਕਿ ਬਣ ਹੀ ਗਈ ਹੈ। ਸੋ ਘਪਲੇ ਹੋਣ ਚਾਹੇ ਇਦਾਂ ਦੀਆਂ ਛੋਟੀਆਂ-ਛੋਟੀਆਂ ਗੜਬੜ, ਸਾਡੇ ਸਮਾਜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਾਜਨੀਤੀ ਦੇ ਵਿੱਚ ਖਾਸ ਤੌਰ ਤੇ ਬਹੁਤ ਚੰਗੇ ਤਰੀਕੇ ਦੇ ਨਾਲ ਗੁੰਨੀਆਂ ਹੋਈਆਂ ਨੇ। ਇਹਨਾਂ ਨੂੰ ਵੱਖ ਕਰਨਾ ਹਾਲ ਦੀ ਘੜੀ ਤੇ ਔਖਾ ਹੀ ਲੱਗਦਾ ਹੈ ਜੀ। ਖੈਰ, ਪ੍ਰੋਗਰਾਮ ਨੂੰ ਅਸੀਂ ਅਜੇ ਹੋਰ ਅੱਗੇ ਲੈ ਕੇ ਜਾਵਾਂਗੇ। ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ, ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਗੱਲ ਕਰ ਰਹੇ ਸੀ ਆਮ ਆਦਮੀ ਪਾਰਟੀ ਦੀ ਜੀ। 5 ਮਹੀਨੇ ਇਹਨਾਂ ਨੇ ਪੂਰੇ ਕਰ ਲਏ ਨੇ। 5 ਮੰਤਰੀ ਕੱਲ ਬੈਠੇ, ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਰਿਪੋਰਟ ਕਾਰਡ ਆਪਣੇ ਵਿਭਾਗਾਂ ਦਾ ਜਨਤਾ ਦੇ ਅੱਗੇ ਰੱਖਤਾ। ਉਸ ਰਿਪੋਰਟ ਕਾਰਡ ਨੂੰ ਕਿੰਨੇ ਨੰਬਰ ਦਈਏ ਹੁਣ? ਐਕਸੀਲੈਂਟ, ਬੈਟਰ, ਬੈਸਟ, ਦਿਖਾਵਾ ਜਾਂ ਫਿਰ ਗੋਂਗਲੂਆਂ ਤੋਂ ਮਿੱਟੀ ਝਾੜਦੀ? ਦੇਖੋ, ਤੁਸੀਂ ਪੱਤਰਕਾਰਤਾ ਹੀ ਕਰ ਲਈਏ, ਮਾਸਟਰ ਨਾ ਬਣੀਏ, ਸਾਡੇ ਨਾਮ ਨਾਲ ਉੱਦਾਂ ਵੀ ਮਾਸਟਰ ਜੁੜ ਜਾਂਦਾ ਕਈ ਵਾਰੀ। ਪਰ ਇਹਨੂੰ ਤੁਸੀਂ ਦੋਨੋਂ ਤਰੀਕਿਆਂ ਤੋਂ ਦੇਖ ਸਕਦੇ ਆ। ਇਸ ਪ੍ਰੈਸ ਕਾਨਫਰੰਸ ਨੂੰ, ਇਸ 5 ਮਹੀਨੇ ਦੇ ਕਾਰਜਕਾਲ ਨੂੰ ਮੈਂ ਥੋੜ੍ਹਾ ਜਿਹਾ ਆਪਣੇ ਜੇ ਨਿੱਜੀ ਨਜ਼ਰੀਏ ਦੀ ਗੱਲ ਕਰਾਂ ਤੇ ਪੋਜ਼ਿਟਿਵ ਹੋ ਕੇ ਦੇਖਦਾ ਹਾਂ ਕਿ ਸਰਕਾਰ ਕਾਫੀ ਕੰਮ ਕਰਦੀ ਨਜ਼ਰ ਆਉਂਦੀ ਹੈ। ਤੇ ਬੀਤੇ ਦੀਆਂ ਸਰਕਾਰਾਂ ਦੇ ਨਾਲ ਜੇ ਕੰਪੈਰੀਜ਼ਨ ਕਰੀਏ ਤੇ ਉੱਥੇ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਲੱਗਦੀਆਂ ਨੇ। ਪਰ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੱਤਰਕਾਰ ਦੇ ਨਜ਼ਰੀਏ ਤੋਂ ਦੇਖਦੇ ਹਾਂ ਤੇ ਬਹੁਤ ਕੁਝ ਇੰਜ ਜਾਪਦਾ ਕਿ ਬਿਲਕੁਲ ਠੀਕ ਨਹੀਂ ਹੋ ਰਿਹਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਦੇ ਵਿੱਚ ਸੁਧਾਰ ਦੀ ਜਾਂ ਚੰਗੇ ਹੋਣ ਦੀ, ਹੋਰ ਚੰਗੇਰੇ ਹੋਣ ਦੀ, ਸਭ ਤੋਂ ਚੰਗੇ ਹੋਣ ਦੀ ਗੁੰਜਾਇਸ਼ ਜਿਹੜੀ ਆ ਉਹ ਜ਼ਰੂਰ ਬਣੀ ਹੋਈ ਹੈ। ਗੱਲ ਤੁਸੀਂ ਸ਼ੁਰੂ ਕੀਤੀ ਪ੍ਰੈਸ ਕਾਨਫਰੰਸ ਦੀ। 5 ਮੰਤਰੀ ਸੀ, ਫਾਈਨਾਂਸ ਮੰਤਰੀ ਚੀਮਾ ਸਾਹਿਬ ਵੀ ਉਹਦੇ ਵਿੱਚ ਸਨ, ਹਰਭਜਨ ਸਿੰਘ ਬਿਜਲੀ ਮੰਤਰੀ ਜਿਹੜੇ ਹਰਭਜਨ ਸਿੰਘ ETO ਨੇ, ਪਾਵਰ ਮੰਤਰੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ, ਕੁਲਦੀਪ ਸਿੰਘ ਧਾਲੀਵਾਲ ਉਹਦੇ ਵਿੱਚ ਸਨ, ਤੇ ਹਰਜੋਤ ਸਿੰਘ ਬੈਂਸ ਜਿਹੜੇ ਕਿ ਜੇਲ੍ਹ ਮੰਤਰੀ ਵੀ ਨੇ, ਮਾਈਨਿੰਗ ਮੰਤਰੀ ਵੀ ਨੇ ਤੇ ਸਿੱਖਿਆ ਮੰਤਰੀ ਵੀ ਨੇ, ਉਹ ਵੀ ਇਹਦੇ ਵਿੱਚ ਸ਼ਾਮਲ ਸਨ। ਤੇ ਨਵੇਂ ਸਿਹਤ ਮੰਤਰੀ ਬਣੇ ਜੋੜਾ ਮਾਜਰਾ ਸਾਹਿਬ, ਚੇਤਨ ਸਿੰਘ ਜੋੜਾ ਮਾਜਰਾ, ਜਿਹੜੇ ਕਿ ਪਿੱਛੇ ਜਿਹੇ ਵਿਵਾਦਾਂ 'ਚ ਵੀ ਘਿਰੇ ਸੀ, ਉਹ ਵੀ ਇਹਦੇ ਵਿੱਚ ਸ਼ਾਮਲ ਸਨ। ਸਾਰੇ ਹੀ ਇੰਪੋਰਟੈਂਟ ਪੋਰਟਫੋਲੀਓ ਨੇ, ਬਹੁਤ ਮਹੱਤਵਪੂਰਨ ਮਹਿਕਮੇ ਨੇ ਸਾਰੇ ਮੰਤਰੀਆਂ ਕੋਲ।
ਸਾਰੇ ਦੇ ਸਾਰੇ ਇਸ ਕਰਕੇ ਵੀ ਮਹੱਤਵਪੂਰਨ ਨੇ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਵੀ ਮਹਿਕਮੇ ਨੂੰ ਬਹੁਤੀ ਸ਼ਿੱਦਤ ਦੇ ਨਾਲ ਕੰਮਾਂ ਨੂੰ ਸਿਰੇ ਨੇਪਰੇ ਨਹੀਂ ਚਾੜਿਆ। ਜੇਕਰ ਫਾਈਨਾਂਸ ਮਿਨਿਸਟਰੀ ਤੋਂ ਸ਼ੁਰੂ ਕਰੀਏ ਤੇ ਉਹਨਾਂ ਨੇ ਦੱਸੀ ਗੱਲ ਕਿ ਅਸੀਂ ਬੀਤੇ ਦੇ ਵਿੱਚ ਵੱਧ ਰੁਪਈਏ ਕਰਜ਼ੇ ਦੇ ਜਿਹੜੇ ਮੋੜੇ ਨੇ, ਜਿਹਦੀ ਉਹ ਗਿਣਤੀ 12,000 ਕੁਝ ਦੱਸਦੇ ਨੇ 12,239 ਸ਼ਾਇਦ 12,200 ਜਾਂ 12,300 ਦੇ ਨੇੜੇ ਤੇੜੇ, ਤੇ 10,000 ਦਾ ਕੁੱਲ ਕਰਜ਼ਾ ਨਵਾਂ ਲਿਆ ਦੱਸਿਆ ਜਾਂਦਾ ਹੈ। ਜਦੋਂ ਕਿ ਇਹਨਾਂ ਨੇ ਬਜਟ 'ਚ ਕਿਹਾ ਸੀਗਾ ਕਿ ਅਸੀਂ 15,000 ਦੇ ਕਰੀਬ ਜਿਹੜਾ ਆ ਉਹ ਪਹਿਲੀ ਕਿਸ਼ਤ ਦੇ ਵਿੱਚ ਮੋੜਨਾ ਹੈ। ਸੋ ਉੱਥੋਂ ਉਹ ਕੁਝ ਘੱਟ ਜਾਪਦਾ ਹੈ। GST ਦੀ ਕਲੈਕਸ਼ਨ ਉਹਨੇ ਦੱਸੀ ਕਿ 24% ਵਧੀ ਆ, ਤੇ ਜਦ ਕਿ ਉਹ ਵੀ 27% ਵਧਣੀ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖ ਕੇ ਇੰਜ ਲੱਗਦਾ ਹੈ ਕਿ ਸਰਕਾਰ ਕੰਮ ਜ਼ਰੂਰ ਕਰ ਰਹੀ ਹੈ, ਪਰ ਵਾਹਵਾਹੀ ਖੱਟਣ ਦੀ ਯਤਨ ਦੇ ਵਿੱਚ ਜ਼ਿਆਦਾ ਰਹਿੰਦੇ ਨੇ। ਜਦੋਂ ਉੱਥੇ ਕੁਝ ਵੱਖਰੇ ਸਵਾਲ ਪੁੱਛੇ ਗਏ ਤੇ ਉੱਥੋਂ ਵੀ ਉਹ ਟਾਲਾ ਵੱਟਦੇ ਨਜ਼ਰ ਆਏ। ਚੇਤਨ ਸਿੰਘ ਜੋੜਾ ਮਾਜਰਾ ਨੇ ਜਦੋਂ ਹੈਲਥ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ 100 ਜਿਹੜੇ ਨੇ ਕਲੀਨਿਕ ਚਲਾ ਦਿੱਤੇ ਨੇ। ਅਸੀਂ ਜਦੋਂ ਦੀ ਦਿੱਲੀ ਸਰਕਾਰ ਬਣੀ ਆ ਉਦੋਂ ਤੋਂ ਹੀ ਇਹਨਾਂ ਕਲੀਨਿਕਸ ਦੀ ਗੱਲ ਸੁਣਦੇ ਆ। ਉੱਥੇ ਮੁਹੱਲਾ ਕਲੀਨਿਕ ਕਹਿੰਦੇ ਸੀ, ਇੱਥੇ ਆਮ ਆਦਮੀ ਕਲੀਨਿਕ ਰੱਖ ਦਿੱਤਾ, ਉਹਦੇ 'ਚ ਆਮ ਆਦਮੀ ਹੁਣ ਕਾਮਨ ਮੈਨ ਆ ਜਾਂ ਉਹ ਪਾਰਟੀ ਦਾ ਲੋਗੋ ਆ, ਉਹ ਦਰਸ਼ਕ ਇਸ ਗੱਲ ਦਾ ਫੈਸਲਾ ਕਰਦੇ ਰਹਿਣਗੇ। ਸਵਲੀਨ ਜੀ, ਸਾਡੇ ਕੋਲ 1000 ਤੋਂ ਉੱਪਰ ਡਿਸਪੈਂਸਰੀਜ਼ ਨੇ ਪੰਜਾਬ ਦੇ ਵਿੱਚ, ਤੇ ਉੱਥੋਂ ਦਾ ਇਨਫਰਾਸਟ੍ਰਕਚਰ ਤੁਸੀਂ ਦੇਖੋਗੇ, ਉੱਥੇ ਡਾਕਟਰਸ ਦੀ, ਅਸਿਸਟੈਂਟਸ ਦੀ, ਨਰਸਿਸ ਦੀ ਗਿਣਤੀ, ਦਵਾਈਆਂ ਦੀ ਉਪਲਬਧਤਾ ਜਦੋਂ ਤੁਸੀਂ ਦੇਖਦੇ ਆ ਤੇ ਉਹ ਖਸਤਾ ਹਾਲ ਹੈ। ਇਸ ਆਮ ਆਦਮੀ ਕਲੀਨਿਕਸ ਲਈ ਹਾਲੀ ਤੇ ਬਹੁਤ ਸੋਹਣੇ ਲੱਗਦੇ ਨੇ, ਚੰਗੇ ਲੱਗਦੇ ਨੇ। ਸਾਡੀਆਂ ਟੀਮਸ ਨੇ ਵਿਜ਼ਿਟ ਕੀਤਾ, ਡਾਕਟਰਸ ਵੀ ਉੱਥੇ ਹਨ, ਪਰ ਕੀ ਇਹ ਡਾਕਟਰਸ ਇੱਥੇ ਲੰਬੇ ਸਮੇਂ ਤੱਕ ਰਹਿਣਗੇ? ਜਿਹੜਾ ਉੱਥੇ ਇਕਨੋਮਿਕ ਮਾਡਲ ਬਣਾਇਆ ਗਿਆ ਹੈ, ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਜੌਬ ਕਰਦੇ ਨੇ ਉਹਨਾਂ ਨੂੰ ਪੈਸੇ ਦੇਣ ਲਈ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ, ਕੀ ਉਹ ਲੰਬੇ ਸਮੇਂ ਤੱਕ ਚੱਲ ਸਕੇਗਾ? ਕੀ ਦਿੱਲੀ ਵਾਲਾ ਮਾਡਲ ਹੀ ਪੰਜਾਬ ਵਿੱਚ ਵੈਲ ਤਰੀਕੇ ਦੇ ਨਾਲ, ਸਹੀ ਤਰੀਕੇ ਦੇ ਨਾਲ ਇੰਪਲੀਮੈਂਟ ਹੋ ਸਕੇਗਾ? ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾਣਗੀਆਂ। ਇਸੇ ਤਰ੍ਹਾਂ ਸਿੱਖਿਆ ਮੰਤਰੀ ਵੀ ਨੇ ਤੇ ਜੇਲ੍ਹ ਮੰਤਰੀ ਵੀ, ਤੇ ਮਾਈਨਿੰਗ ਦੇ ਵੀ, ਖਨਨ ਜਿਹੜਾ ਸਾਡੇ ਰੇਤਾ ਤੇ ਬਜਰੀ ਤੋਂ ਬੜਾ ਰੌਲਾ ਸਰਕਾਰਾਂ ਤੁਸੀਂ ਕਹਿ ਲਓ ਬੀਤੇ ਦੀਆਂ ਚਲੀਆਂ ਗਈਆਂ, ਉਹਦੇ ਤੇ ਵੀ ਰਿਹਾ। ਉਹਨਾਂ ਨੇ ਵੀ ਕਿਹਾ ਕਿ ਅਸੀਂ ਮਾਈਨਿੰਗ ਦੇ ਵਿੱਚ ਕੁਝ ਸੈਂਕੜੇ ਪਰਚੇ ਕੀਤੇ ਨੇ ਤੇ ਅਸੀਂ 80% ਜਾਂ 90% ਜਿਹੜੀ ਮਾਈਨਿੰਗ ਹੈ ਉਹਦੇ ਤੇ ਰੋਕ ਲਾ ਲਈ ਹੈ। ਪਰ ਮੇਰਾ ਇੱਕ ਨਿੱਜੀ ਸਵਾਲ ਹੈ, ਅਸੀਂ ਰੋਜ਼ ਸੜਕ ਤੇ ਟਰੈਵਲ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਟਿੱਪਰ ਨੇ ਹਾਲੇ ਵੀ ਉਹ ਓਵਰਲੋਡਡ ਹੀ ਹੁੰਦੇ ਨੇ, ਚਾਹੇ ਉਹ ਰੇਤਾ ਵਾਲੇ ਹੋਣ ਤੇ ਚਾਹੇ ਉਹ ਬਜਰੀ ਵਾਲੇ ਹੋਣ। ਤੇ ਰੇਤਾ ਦੀ ਅਵੇਲੇਬਿਲਟੀ ਤੇ ਰੇਤਾ ਦੇ ਜਿਹੜੇ ਰੇਟ ਨੇ ਉਹਨਾਂ ਦੇ ਉੱਤੇ ਹਾਲੇ ਵੀ ਬਹੁਤੀ ਲਗਾਮ ਜਿਹੜੀ ਆ ਉਹ ਨਹੀਂ ਲੱਗੀ। ਜੇਲ੍ਹਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਦੱਸਿਆ ਕਿ ਅਸੀਂ 3000 ਦੇ ਕਰੀਬ ਮੋਬਾਈਲ ਫੋਨ ਫੜ ਲਏ ਨੇ, ਪਰ ਹਾਲੇ ਤੱਕ ਵੀ ਕੋਈ ਵੀ ਪ੍ਰਸ਼ਾਸਨ ਇਹ ਨਹੀਂ ਦੱਸ ਸਕਿਆ ਕਿ ਜੇਲ੍ਹਾਂ ਬੰਦ ਨੇ, ਉੱਚੀਆਂ ਕੰਧਾਂ ਨੇ, ਤੇ ਉਹ ਆਉਂਦੇ ਕਿੱਥੋਂ ਨੇ। ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਥੇ ਇਸ ਤਰੀਕੇ ਦੇ ਨਾਲ ਜਾਪਦੀਆਂ ਨੇ। ਪੰਚਾਇਤ ਮੰਤਰੀ ਨੇ ਵੀ ਆਪਣੀ ਗੱਲ ਦੱਸੀ ਕਿ ਅਸੀਂ 9000 ਏਕੜ ਜ਼ਮੀਨ ਜਿਹੜੀ ਆ ਉਹ ਖਾਲੀ ਕਰਾਈ ਆ, ਤੇ ਇਹ ਵੀ ਨਾਲ ਦੱਸਣਾ ਭੁੱਲ ਗਏ ਉਹ ਕਿ ਉੱਥੇ ਬਹੁਤ ਸਾਰੇ ਕੇਸ ਜਿਹੜੇ ਨੇ ਫਿਰ ਪਹੁੰਚੇ ਨੇ ਕੋਰਟ ਦੇ ਵਿੱਚ। ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਮਜ਼ੇਦਾਰ ਗੱਲ ਦੱਸੀ। ਉਹਨਾਂ ਨੇ ਕਿਹਾ ਕਿ 7000 ਏਕੜ ਜ਼ਮੀਨ ਸਾਨੂੰ ਅਜਿਹੀ ਲੱਭੀ ਆ ਜਿਹੜੀ ਪੰਚਾਇਤੀ ਸੀ ਪਰ ਪੰਚਾਇਤਾਂ ਕੋਲ ਨਹੀਂ ਸੀ, ਕਿਉਂਕਿ ਲੰਬੇ ਸਮੇਂ ਤੋਂ ਉਹ ਵੱਖ-ਵੱਖ ਲੋਕਾਂ ਕੋਲ ਸੀ ਜਾਂ ਉੱਥੇ ਕੋਈ ਕਾਸ਼ਤਕਾਰੀ ਨਹੀਂ ਹੋ ਰਹੀ ਸੀ। ਤੇ ਉਹਨਾਂ ਨੇ ਕਿਹਾ ਕਿ ਉਹਦੇ ਵੀ ਕਬਜ਼ੇ ਜਿਹੜੇ ਨੇ ਲਏ ਜਾ ਰਹੇ ਨੇ, ਜ਼ਮੀਨ ਆਪਣੇ ਅੰਡਰ ਕੀਤੀ ਜਾ ਰਹੀ ਹੈ। ਸੋ ਜੇਕਰ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਦੇਖਦੇ ਆ, ਥੋੜ੍ਹਾ ਜਿਹਾ ਪੋਜ਼ਿਟਿਵ ਹੋ ਕੇ ਦੇਖਦੇ ਆ, ਅਬਦੁਲ ਕਲਾਮ ਆਜ਼ਾਦ ਵਾਂਗ ਜਿਹੜੇ ਕਹਿੰਦੇ ਸੀ 2020 'ਚ ਭਾਰਤ ਡਿਵੈਲਪ ਹੋ ਜਾਏਗਾ, ਤੇ ਫਿਰ ਥੋੜ੍ਹੀਆਂ ਗੱਲਾਂ ਠੀਕ ਲੱਗਦੀਆਂ ਨੇ। ਤੇ ਜੇਕਰ ਨਰਿੰਦਰ ਮੋਦੀ ਦੇ ਨਜ਼ਰੀਏ ਤੋਂ ਦੇਖੀਏ, ਪ੍ਰਧਾਨ ਮੰਤਰੀ ਸਾਹਿਬ ਕੱਲ੍ਹ ਕਹਿੰਦੇ ਸੀ ਕਿ 2047 ਤੱਕ ਅਸੀਂ, ਅਗਲੇ 25 ਸਾਲ ਦੀ ਗੱਲ ਕਰਦੇ ਸੀ ਕਿ ਅਸੀਂ ਡਿਵੈਲਪ ਹੋ ਜਾਵਾਂਗੇ। ਤੇ ਜੇਕਰ ਪ੍ਰਧਾਨ ਮੰਤਰੀ ਦੇ ਪਿਛਲੇ ਕਾਰਜਕਾਲ ਦੀ ਗੱਲ ਕਰੀਏ, ਪਿਛਲੇ 7 ਸਾਲਾਂ ਦੇ ਵਿੱਚ GDP ਦਾ, GST ਦਾ, ਨੋਟਬੰਦੀ ਦਾ ਤੇ ਹੋਰ ਵੱਡੀਆਂ ਸਕੀਮਾਂ ਦਾ ਜੋ ਹਸ਼ਰ ਹੋਇਆ, ਫਿਰ ਉਹ ਕਈ ਵਾਰ ਗੱਲਾਂ ਨੈਗੇਟਿਵ ਵੀ ਲੱਗਦੀਆਂ ਨੇ। ਪਰ ਹਾਂ, ਇੱਕ ਗੱਲ ਫਿਰ ਮੈਂ ਦੁਬਾਰੇ ਉਹ ਕਹਿਣਾ ਚਾਹਾਂਗਾ ਕਿ ਸਰਕਾਰ ਬਣੀ ਹੈ, ਚੰਗਾ ਮੈਂਡੇਟ ਹੈ, ਵੱਡਾ ਉਹਨਾਂ ਕੋਲ ਸਮਾਂ ਹੈ, ਰਿਸੋਰਸਿਸ ਦੀ, ਸਾਧਨਾਂ ਦੀ ਕਮੀ ਕੋਈ ਨਹੀਂ ਹੈ ਪੰਜਾਬ ਦੇ ਵਿੱਚ। ਸਿਰਫ ਚੀਜ਼ਾਂ ਨੂੰ ਚੈਨਲਾਈਜ਼ ਕਰਨ ਦੀ ਗੱਲ ਹੈ, એનર્ਜੀ ਨੂੰ ਚੈਨਲਾਈਜ਼ ਕਰਨ ਦੀ ਗੱਲ ਹੈ। ਤੁਹਾਡੇ ਕੋਲ ਲੰਬਾ ਸਮਾਂ ਹੈ, ਅਧਿਕਾਰੀਆਂ ਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਜੇਕਰ ਕੰਮ 'ਚ ਲੈ ਕੇ ਆਓਗੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਠੀਕ ਕਰ ਸਕੋਗੇ। ਹੁਣ ਕਰਦੇ ਆ ਕਿ ਨਹੀਂ ਕਰਦੇ, ਆਸ ਜ਼ਰੂਰ ਹੈ ਕਿ ਪੰਜਾਬ ਦਾ ਕੁਝ ਭਲਾ ਹੋਵੇ ਜੇਕਰ ਸਰਕਾਰਾਂ ਠੀਕ ਚੱਲਣ ਤਾਂ। ਜੀ ਬਿਲਕੁਲ, ਹੋਪ ਸਸਟੇਨਸ ਲਾਈਫ, ਉਮੀਦ ਕਰਦੇ ਹਾਂ ਇਸ ਚੀਜ਼ ਦੀ ਅਸੀਂ। ਚਲੋ ਹੁਣ ਜਾਂਦੇ ਗੱਲ ਕਿਸਾਨਾਂ ਦੀ ਵੀ ਕਰ ਜਾਈਏ। ਲੰਬਾ ਸਮਾਂ ਕਿਸਾਨ ਅੰਦੋਲਨ ਚੱਲਿਆ, MSP ਤੇ ਪੇਚ ਫਸ ਗਿਆ, ਫਿਰ ਸਰਕਾਰ ਨੇ ਹੌਸਲਾ ਦਿੱਤਾ ਇਹਨਾਂ ਨੂੰ ਵੀ ਕੋਈ ਨਹੀਂ, ਅਸੀਂ ਕਮੇਟੀ ਬਣਾਵਾਂਗੇ। ਫਿਰ ਥੋੜੇ ਚਿਰ ਬਾਅਦ MSP ਕਮੇਟੀ ਬਣਾਉਂਦੀ ਹੈ ਸਰਕਾਰ, 29 ਮੈਂਬਰਾਂ ਦੀ ਕਮੇਟੀ, ਜਿਹਦੇ ਵਿੱਚੋਂ 26 ਚੁਣ ਲਏ ਜਾਂਦੇ ਨੇ ਤੇ 3 ਨਾਂ ਖਾਲੀ ਛੱਡ ਦਿੱਤੇ ਜਾਂਦੇ ਨੇ SKM ਲਈ, ਸੰਯੁਕਤ ਕਿਸਾਨ ਮੋਰਚਾ ਵਾਸਤੇ। ਖੇਤੀਬਾੜੀ ਮੰਤਰੀ ਕਹਿੰਦੇ ਨੇ ਵੀ ਅਸੀਂ ਬਾਰ-ਬਾਰ ਇਹਨਾਂ ਕੋਲ ਨਾਂ ਮੰਗ ਰਹੇ ਹਾਂ, ਇਹ ਦਿੰਦੇ ਨਹੀਂ।
ਉਹ ਜਿਹੜੇ 3 ਨੇ ਸੰਯੁਕਤ ਕਿਸਾਨ ਮੋਰਚਾ 'ਚੋਂ ਜਿਹੜੇ ਨਾਂ ਦੇਣੇ ਨੇ, ਉਹ ਕਹਿੰਦੇ ਨੇ ਵੀ ਪਹਿਲਾਂ ਸਾਨੂੰ ਕਮੇਟੀ ਦੇ ਟਰਮਸ ਐਂਡ ਕੰਡੀਸ਼ਨਸ ਦੱਸੋ, ਅਸੀਂ ਆਪਣੇ ਨਾਂ ਤੁਹਾਨੂੰ ਫੇਰ ਦੇਵਾਂਗੇ। ਜਿਹੜੇ ਬੰਦੇ ਤੁਸੀਂ ਪਹਿਲਾਂ ਵਾੜੀ ਬੈਠੇ ਆ ਉਹਨਾਂ ਤੋਂ ਬਹੁਤੇ ਖੁਸ਼ ਨਹੀਂ ਜਾਪਦੇ। ਹੁਣ ਖਬਰ ਇਹ ਹੈ ਕਿ 22 ਅਗਸਤ ਨੂੰ MSP ਕਮੇਟੀ ਦੀ ਮੀਟਿੰਗ ਹੋਣੀ ਹੈ। ਕੀ ਇਹ ਮੀਟਿੰਗ ਕਿਸਾਨਾਂ ਤੋਂ ਬਿਨਾਂ ਹੋ ਜੂਗੀ? ਦੇਖੋ, ਗੱਲ ਫਿਰ ਉੱਥੇ ਹੀ ਹੈ ਕਿ ਨੁਕਤਾ ਨਜ਼ਰ ਕੀ ਹੈ। ਕਿਸਾਨ ਇਹ ਸਮਝਦੇ ਨੇ ਕਿ ਸਰਕਾਰ ਸਾਡੇ ਨਾਲ ਚਾਲ ਖੇਡ ਰਹੀ ਹੈ। 29 ਦੀ ਕਮੇਟੀ ਹੈ, 29 ਮੈਂਬਰਾਂ ਦੀ ਕਮੇਟੀ ਹੈ ਤੇ 3 ਅਸੀਂ ਆ। ਕੋਈ ਵੀ ਫੈਸਲਾ ਜਿਹੜਾ ਆ ਲੋਕਤੰਤਰੀ ਪ੍ਰਕਿਰਿਆਵਾਂ ਦੇ ਅਧੀਨ ਕਿਸੇ ਵੀ ਕਮੇਟੀ ਦੀ ਜੇ ਗੱਲ ਕਰੀਏ ਤੇ 26 ਬੰਦਿਆਂ ਦਾ ਫੈਸਲਾ ਹੋਵੇਗਾ, 3 ਦਾ ਫੈਸਲਾ ਤੇ ਹੋਣ ਨਹੀਂ ਲੱਗਾ। ਅਸੀਂ ਜਾਣਦੇ ਹਾਂ ਕਿਸਾਨ ਅੰਦੋਲਨ ਦੇ ਦੌਰਾਨ ਕਿੰਨੀਆਂ ਮੀਟਿੰਗਸ ਹੋਈਆਂ ਤੇ ਉਹਨਾਂ ਦੀਆਂ ਜਦੋਂ ਬਾਹਰ ਆ ਕੇ ਉਹ ਕਿਸਾਨ ਗਰੁੱਪ ਦੇ ਲੋਕ ਦੱਸਦੇ ਸਨ ਕਿ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ, ਨਾ ਹੀ ਇਹ ਤੋਮਰ ਸਾਹਿਬ ਕੋਲ ਤੇ ਨਾ ਹੀ ਪੰਜਾਬ ਤੋਂ ਇੱਕ ਹੋਰ MP ਹੁੰਦੇ ਸੀ ਉਹਨਾਂ ਕੋਲ, ਤੇ ਨਾ ਹੀ ਜਿਹੜੇ ਇੱਕ ਵਣਜ ਮੰਤਰੀ, ਵਪਾਰ ਦੇ ਮੰਤਰੀ ਵੀ ਆਉਂਦੇ ਰਹੇ ਵਿੱਚ, ਤੇ ਸਮੇਂ-ਸਮੇਂ ਤੇ ਹੋਰ ਸੈਕਟਰੀ, ਅੰਡਰ ਸੈਕਟਰੀ, ਜੁਆਇੰਟ ਸੈਕਟਰੀ, ਸੀਨੀਅਰ IAS ਵੀ ਉਸ ਮੀਟਿੰਗ ਦੇ ਵਿੱਚ ਹਿੱਸਾ ਬਣਦੇ ਰਹੇ ਜਿਹੜੀ ਕਿ ਵਿਗਿਆਨ ਭਵਨ 'ਚ ਹੁੰਦੀ ਸੀ। ਸੋ ਹੁਣ ਕਿਸਾਨ ਇਸ ਗੱਲ ਨੂੰ ਸਮਝਦੇ ਨੇ ਕਿ 5 ਕਿਸਾਨ ਤੇ ਉਹਨਾਂ ਨੇ ਉਹ ਲਏ ਨੇ ਜਿਹੜੇ ਕਿ ਕਿਸਾਨ ਕਮੇਟੀਆਂ ਵੱਖਰੇ ਦੇਸ਼ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਪੋਲੀਟੀਕਲ ਧਿਰਾਂ ਨਾਲ ਜੁੜੀਆਂ ਹੋਈਆਂ ਨੇ। ਅਸੀਂ ਜਾਣਦੇ ਹਾਂ ਕਿ BJP ਦੀ ਇੱਕ ਆਪਣੀ ਕਿਸਾਨ ਵਿੰਗ ਵੀ ਹੈ, ਉਹਦੇ 'ਚੋਂ ਵੀ ਕੁਝ ਮੈਂਬਰ ਲਏ ਹੋਏ ਨੇ। 4 ਮੈਂਬਰ ਇਹਨਾਂ ਨੇ ਸਟੇਟਸ ਦੀਆਂ ਚੀਫ ਸੈਕਟਰੀਜ਼ ਤੋਂ ਲਏ ਨੇ ਜਿਹੜੇ ਕਿ ਆਂਧਰਾ ਪ੍ਰਦੇਸ਼, ਕਰਨਾਟਕ, ਉੜੀਸਾ ਤੇ ਸਿੱਕਮ ਤੋਂ ਨੇ। ਜਦੋਂ ਅਸੀਂ ਜਾਣਦੇ ਹਾਂ ਕਿ ਜਦੋਂ ਕਿਸਾਨੀ ਦੀ ਗੱਲ ਹੁੰਦੀ ਆ ਫਿਰ ਪੰਜਾਬ, ਹਰਿਆਣਾ ਸਭ ਤੋਂ ਮੂਹਰੇ ਆਉਂਦੇ ਨੇ। ਮੱਧ ਪ੍ਰਦੇਸ਼ ਦੀ ਗੱਲ ਹੁੰਦੀ ਹੈ, ਸਾਰਾ ਹੀ ਭਾਰਤ ਜਿਹੜਾ ਕਿਸਾਨੀ ਦਾ ਹੈ, ਪਰ ਜਿਹੜਾ ਅੰਦੋਲਨ ਸੀ, ਜਿਹੜੀ MSP ਦੀ ਗੱਲ ਸੀ, ਉੱਥੇ ਪੰਜਾਬ ਸਭ ਤੋਂ ਮੋਹਰੇ ਸੀ ਕਿਉਂਕਿ ਕੁਝ ਫਸਲਾਂ ਤੇ ਜੇ MSP ਥੋੜੀ ਬਹੁਤ ਕਿਤੇ ਟਿਕੀ ਹੋਈ ਆ ਤਾਂ ਸਿਰਫ ਔਰ ਸਿਰਫ ਪੰਜਾਬ 'ਚ ਆ। ਤੇ ਪੰਜਾਬ ਦੀਆਂ ਜਥੇਬੰਦੀਆਂ ਦੇ ਉਹਨਾਂ ਪੰਜਾਬ ਦੇ ਆਫੀਸ਼ੀਅਲਸ ਦੇ ਵਿੱਚੋਂ, ਸਰਕਾਰ 'ਚੋਂ ਬੰਦੇ ਨਾ ਲੈਣੇ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਕਿਸਾਨ ਅੰਦੋਲਨ ਦੇ ਜਿਹੜੇ ਉਹ ਲੋਕ ਨੇ, ਅਸੀਂ ਇਹ ਗੱਲ ਜਾਣਦੇ ਹਾਂ ਕਿ ਉਹਨਾਂ ਨੇ ਉਸ ਸਰਕਾਰ ਦੇ ਸਾਰੇ ਅਧਿਕਾਰੀਆਂ ਨੂੰ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਵੱਟ ਪਾਇਆ ਸੀਗਾ ਆਪਣੇ ਤਰਕ ਦੇ ਨਾਲ, ਚਾਹੇ ਉਹ ਰਾਜੇਵਾਲ ਸਾਹਿਬ ਸਨ, ਚਾਹੇ ਉਹ ਜੋਗਿੰਦਰ ਯਾਦਵ ਤੇ ਹੋਰ ਜਿੰਨੇ ਵੀ ਲੋਕ ਸੀ, ਬਹੁਤ ਵੱਡੇ ਉਹ ਇਸ ਫਨ ਦੇ ਮਾਹਰ ਸਨ, ਉਹ ਇਸ ਕਿੱਤੇ ਦੇ ਮਾਹਰ ਲੋਕ ਸਨ। ਹੁਣ 22 ਤਰੀਕ ਨੂੰ ਜਿਹੜੀ ਮੀਟਿੰਗ ਰੱਖੀ ਆ ਉਹ 29 ਮੈਂਬਰੀ, ਤੁਸੀਂ ਬਿਲਕੁਲ ਠੀਕ ਦੱਸਿਆ, 26 ਉਹਦੇ 'ਚੋਂ ਚੁਣ ਲਏ ਗਏ ਨੇ, ਕੁਝ ਸਟੇਟਸ ਦੇ ਲੋਕ ਨੇ, ਕੁਝ ਕੇਂਦਰ ਸਰਕਾਰ ਦੇ 77 ਲੈਵਲ ਦੇ ਅਧਿਕਾਰੀ ਨੇ, IAS ਨੇ, IFCO ਦੇ ਚੇਅਰਮੈਨ ਦਲੀਪ ਸਿੰਘ ਵੀ ਉਹਦੇ 'ਚ ਨੇ, IIM ਅਹਿਮਦਾਬਾਦ ਤੋਂ ਡਾਕਟਰ ਸੁਖਪਾਲ ਉਹਦੇ 'ਚ ਨੇ, ਕੁਝ ਹੋਰ ਲੋਕ ਵੀ ਉਹਦੇ ਵਿੱਚ ਹਨ ਜਿਹੜੇ ਕਿ ਵਿਸ਼ਾਮਾਰ ਹਨ। ਇਹ ਗੱਲ ਠੀਕ ਹੈ, ਪਰ ਕਿਉਂਕਿ ਕਿਸਾਨਾਂ ਦੀ ਮੰਗ ਸੀ, ਕਿਸਾਨਾਂ ਦੀ ਗੱਲ ਸੀ, MSP ਦੀ ਗੱਲ ਸੀ, ਤੇ ਇਸ ਕਮੇਟੀ ਦੀ ਜਿਹੜੀ ਪਹਿਲੀ ਮੀਟਿੰਗ ਹੈ ਉਹ 22 ਤਰੀਕ ਨੂੰ ਹੋਣ ਜਾ ਰਹੀ ਹੈ। ਤੇ ਮੀਟਿੰਗ ਦੇ ਏਜੰਡੇ ਦੇ ਮੁਤਾਬਕ ਉੱਥੇ ਇੱਕ ਜਾਣ ਪਹਿਚਾਣ ਹੋਵੇਗੀ ਸਾਰੇ ਮੈਂਬਰਾਂ ਦੀ। ਉਸ ਤੋਂ ਬਾਅਦ ਅਗਲੇ ਏਜੰਡੇ ਦੀ ਜਿਹੜੀ ਆ ਉਹ ਰਣਨੀਤੀ ਬਣਾਈ ਜਾਵੇਗੀ। ਦੇਖਦੇ ਹਾਂ ਉਸ ਮੀਟਿੰਗ 'ਚੋਂ ਕੀ ਨਿਕਲਦਾ ਹੈ। ਜ਼ੀਰੋ ਬਜਟ ਦੀ ਖੇਤੀ ਦੀ ਗੱਲ ਕਰਦੇ ਨੇ ਨਰਿੰਦਰ ਮੋਦੀ ਜੀ, ਕਈ ਵਾਰ ਵੱਡੇ ਭਾਸ਼ਣਾਂ ਦੇ ਵਿੱਚ ਵੀ ਗੱਲ ਕਰ ਚੁੱਕੇ ਨੇ ਕਿ ਜ਼ੀਰੋ ਬਜਟ ਦੀ ਜਿਹੜੀ ਖੇਤੀ ਕਰਨੀ ਆ, ਜਦ ਕਿ ਜਿਹੜੇ ਲੋਕ ਕਿਸਾਨੀ ਨਾਲ ਜੁੜੇ ਨੇ ਉਹ ਜਾਣਦੇ ਨੇ ਕਿ ਜ਼ੀਰੋ ਬਜਟ ਵਾਲੀ ਜਿਹੜੀ ਖੇਤੀ ਆ ਉਹ ਸੰਭਵ ਨਹੀਂ। ਇਸੇ ਤਰੀਕੇ ਦੇ ਨਾਲ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਨੇ। ਉਸ ਮਸਲੇ ਦੇ ਉੱਤੇ ਜਿਹੜੀਆਂ ਪਹਿਲਾਂ ਕਮੇਟੀਆਂ ਬਣੀਆਂ ਉਹਨਾਂ ਨੂੰ ਦੇਖਣਾ ਵੀ ਪਵੇਗਾ ਤੇ ਕਿਸਾਨ ਅੰਦੋਲਨ ਦੇ ਤੇ ਕਿਸਾਨਾਂ ਨੂੰ ਸਹੀ ਮਾਇਨੇ ਦੇ ਵਿੱਚ ਉਹਦੇ ਵਿੱਚ ਸ਼ਾਮਲ ਕਰਵਾ ਕੇ ਹੀ ਗੱਲ ਕਿਤੇ ਸਿਰੇ ਲੱਗਣੀ ਹੈ। ਪਰ ਫਿਰ ਵੀ ਕਮੇਟੀ ਬਣਦੀ ਹੈ, ਲੋਕ ਜੁੜਦੇ ਨੇ, ਗੱਲ ਕਿਤੇ ਨਾ ਕਿਤੇ ਤੁਰੇਗੀ, ਕਿਸੇ ਪਾਸੇ ਨੂੰ ਤੁਰੇਗੀ। ਜੇ ਹੋਰ ਕਿਸੇ ਪਾਸੇ ਨਾ ਵੀ ਤੁਰੀ ਤੇ ਵਿਰੋਧ ਲਈ ਕਿਸਾਨ ਤੇ ਫਿਰ ਦੁਬਾਰਾ ਤੋਂ ਤਿਆਰ ਨੇ, ਕਿਉਂਕਿ ਉਹ ਆਪਣੀ ਗੱਲ ਲਈ ਵਜਿੱਦ ਨੇ। ਕੋਵਿਡ ਨੇ ਤੇ ਪਿਛਲੇ ਸਮੇਂ ਨੇ ਇਹ ਦਿਖਾਇਆ ਹੈ ਕਿ ਫੂਡ ਤੇ ਕਿਸਾਨੀ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਸ਼ੈ ਆ ਦੁਨੀਆ ਦੀ, ਤੇ ਇਸ ਤੋਂ ਬਿਨਾਂ ਕਿਸੇ ਵੀ ਸਰਕਾਰ ਦਾ ਜਿਹੜਾ ਆ ਉਹ ਬੇੜਾ ਪਾਰ ਨਹੀਂ ਹੋਣਾ। ਜੀ, ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਲਾਉਂਦੇ ਹਾਂ ਵਿਰਾਮ, ਦਰਸ਼ਕਾਂ ਕੋਲ ਲੈਂਦੇ ਹਾਂ ਵਿਦਾ। ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਸੁਵਲੀਨ ਜੀ, ਧੰਨਵਾਦ।